ਪੰਜਾਬ ਦਾ ਕਾਟੋ ਕਲੇਸ਼ ਹੁਣ ਸੋਸ਼ਲ ਮੀਡੀਆ ਤੋਂ ਨਿਕਲ ਕੇ ਸੜਕਾਂ ਉੱਤੇ ਆ ਚੁੱਕਿਆ ਹੈ। ਅੱਜ ਜੋ ਕੁਝ ਚੰਡੀਗੜ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਵਰਿੰਦਰ ਢਿੱਲੋਂ ਦੇ ਦੌਰਾਨ ਹੋਇਆ, ਉਹ ਬੜਾ ਹੀ ਅਫਸੋਸਜਨਕ ਹੈ। ਉਹ ਲੋਕਤੰਤਰ ਲਈ ਤੇ ਕਾਂਗਰਸ ਪਾਰਟੀ ਦੇ ਖੁਦ ਲਈ ਬੜਾ ਭਿਆਨਕ ਸਿੱਧ ਹੋ ਸਕਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਉਹ ਸਭ ਤੋਂ ਵੱਡੀ ਜਿਹੜੀ ਪਾਰਟੀ ਹੈ ਵਿਰੋਧੀ ਧਿਰ ਦੇ ਵਿੱਚ ਉਹ ਹੈਗੀ ਹੈ। ਤੇ ਜੇਕਰ ਆਪਾਂ ਗੱਲ ਕਰੀਏ ਸੈਂਟਰ ਦੀ, ਤਾਂ ਸੈਂਟਰ ਦੇ ਵਿੱਚ ਵੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਉਹ ਕਾਂਗਰਸ ਹੀ ਹੈ। ਜੇਕਰ ਆਪਸ ਦੇ ਵਿੱਚ ਹੀ ਉਹ ਐਵੇਂ ਲੜਦੇ ਰਹਿਣਗੇ ਤਾਂ ਸਰਕਾਰ ਨੂੰ ਸਵਾਲ ਉਠਾਉਣ ਵਾਲਾ ਨਾ ਸੈਂਟਰ ਦੇ ਵਿੱਚ ਕੋਈ ਹੋਏਗਾ ਤੇ ਨਾ ਪੰਜਾਬ ਦੇ ਵਿੱਚ ਕੋਈ ਹੋਣਾ। ਇਸ ਮਾਮਲੇ ਤੇ ਪੂਰੀ ਚਰਚਾ ਕਰਨ ਲਈ ਸਾਡੇ ਨਾਲ ਨੇ ਸਾਡੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ ਸਵਾਗਤ। ਬਹੁਤ ਧੰਨਵਾਦ ਬੋਨੀ ਜੀ। ਕੁਲਵੰਤ ਜੀ, ਸਾਰਾ ਮਾਮਲਾ ਅੱਜ ਜਿਹੜਾ ਹੋਇਆ ਬੜਾ ਦੁਖਦ ਹੈ। ਮੇਰਾ ਦੇਖਣ ਨੂੰ ਬੜਾ ਅਜੀਬ ਲੱਗਿਆ ਕਿ ਜਦੋਂ ਇੱਕੋ ਪਾਰਟੀ ਦੇ ਦੋ ਮੈਂਬਰ ਸੜਕ ਦੇ ਉੱਤੇ ਇਸ ਤਰ੍ਹਾਂ ਨਾਲ ਤੂੰ ਮੈਂ ਕਰਕੇ ਬੱਚਿਆਂ ਵਾਂਗੂ ਲੜਦੇ ਨੇ। ਪਹਿਲਾਂ ਸੁਣਨ ਚ ਆਉਂਦਾ ਸੀਗਾ ਕਿ ਉਹਦੇ ਨਾਲ ਨਾਰਾਜ਼ ਹੈ, ਕੋਈ ਕਿਸੇ ਨਾਲ ਨਾਰਾਜ਼ ਹੈ, ਬੰਦ ਕਮਰਿਆਂ ਦੇ ਵਿੱਚ ਨਾਰਾਜ਼ਗੀਆਂ ਹੁੰਦੀਆਂ ਸੀਗੀਆਂ। ਹੁਣ ਜਿਹੜੀ ਨਾਰਾਜ਼ਗੀ ਆ ਉਹ ਨਿਕਲ ਕੇ ਸੜਕ ਦੇ ਉੱਤੇ ਇੱਕੋ ਦਮ ਆ ਗਈ ਹੈ। ਇਹਦਾ ਕਾਂਗਰਸ ਦੀ ਜਿਹੜੀ ਆਲਰੇਡੀ ਡੁੱਬਰੀ ਜਿਹੜੀ ਕਹਿ ਸਕਦੇ ਹਾਂ ਕਿ ਛਵੀ ਆ, ਉਹਦੇ ਉੱਤੇ ਹੋਰ ਕੀ ਅਸਰ ਪੈਣਾ? ਦੇਖੋ, ਇਸ ਤੋਂ ਮਾੜੀ ਹਾਲਾਤ ਕੀ ਹੋਣਗੇ ਕਿ 80 ਦੇ ਕਰੀਬ ਜਿਨ੍ਹਾਂ ਕੋਲੇ ਵਿਧਾਇਕ ਸੀਗੇ ਉਹ ਹਾਸ਼ੀਏ ਤੇ ਜਾਂਦੇ ਜਾਂਦੇ ਜਿਹੜੇ ਆ ਉਹ 18 ਤੇ ਰਹਿ ਗਏ। ਤੇ ਇਹ ਕਾਟੋ ਕਲੇਸ਼ ਦਾ ਹੀ ਇੱਕ ਨਤੀਜਾ ਸੀ। ਇੱਕ ਤਾਂ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਕੈਪਟਨ ਅਮਰਿੰਦਰ ਸਿੰਘ ਹੋਣੀ, ਜਿਹੜੇ 2017 ਦੇ ਵਿੱਚ ਵਾਅਦੇ ਕਰਕੇ ਆਏ ਸੀ, ਉਹ ਪੂਰੇ ਨਹੀਂ ਹੋਏ। ਨੰਬਰ 2 ਦੇ ਉੱਤੇ ਜਿਹੜਾ ਉਹ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਫਿਰ ਉਹਨਾਂ ਨੇ ਚੰਨੀ ਨੂੰ ਵੀ ਨਹੀਂ ਬਖਸ਼ਿਆ। ਤੇ ਉਹ ਜਿਹੜਾ ਕਾਟੋ ਕਲੇਸ਼ ਸੀਗਾ ਉਹ ਵੀ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਇਸ ਚੀਜ਼ ਦਾ ਬੜਾ ਡੂੰਘੀ ਸੱਟ ਵੱਜੀ ਵੀ ਇਹਦਾ ਆਪਸ ਦੇ ਵਿੱਚ ਹੀ ਲੜ ਰਹੇ ਨੇ ਤੇ ਇਹਨਾਂ ਨੇ ਪੰਜਾਬ ਨੂੰ ਗੁੱਡ ਗਵਰਨੈਂਸ ਕੀ ਦੇਣੀ ਹੈਗੀ ਹੈ। ਉਹ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜਾ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਇਹਦੇ ਮਿਲਿਆ ਹੈਗਾ ਕਿ ਕਿਉਂਕਿ ਇੱਕ ਪਾਸੇ ਜਿਹੜਾ ਫਾਇਦਾ ਕਿਸਾਨਾਂ ਨੂੰ ਉੱਥੇ ਧਰਨਾ ਲਾਉਣ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਸੀ, ਜੋ ਕੁਝ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹੋਣਾ ਚਾਹੀਦਾ ਸੀਗਾ, ਉਹ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਉਹਦੇ ਵਿੱਚ ਇੱਕ ਸੁਨੇਹਾ ਗਿਆ ਕਿ ਇਹ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਸੀਗੇ ਜਾਂ ਫਿਰ ਇਹ ਕੁਰਸੀ ਦੇ ਪਿੱਛੇ ਸਾਰਾ ਕੁਝ ਚੱਲ ਰਿਹਾ ਸੀ। ਤੇ ਜਿਹੜਾ ਲੋਕ ਕਿਸਾਨਾਂ ਦੇ ਪੱਖ ਦੇ ਵਿੱਚ ਜਾ ਰਹੇ ਸੀਗੇ ਉਹ ਫਿਰ ਜਿਹੜੇ ਉਹਨਾਂ ਨੇ ਮੋੜ ਕੱਟ ਕੇ ਜਿਹੜਾ ਉਹ ਆਮ ਆਦਮੀ ਪਾਰਟੀ ਵੱਲ ਮੁੜ ਗਏ ਉਹ ਸਾਰੇ, ਕਿਉਂਕਿ ਨਤੀਜੇ ਸਾਹਮਣੇ ਨੇ ਕਿ ਇੱਥੋਂ ਤੱਕ ਕਿ ਜਿਹੜੇ ਪ੍ਰਧਾਨ ਲੜੇ ਉਹਨਾਂ ਦੇ ਉਹ ਵੀ ਜਿਹੜੀ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਸਾਰੇ ਜਿੰਨੇ ਵੀ ਸੀਗੇ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਕਿਸੇ ਨੂੰ ਬਹੁਤੀਆਂ ਵੋਟਾਂ ਨਹੀਂ ਪੈ ਸਕੀਆਂ। ਆਮ ਆਦਮੀ ਪਾਰਟੀ ਪੂਰੇ ਪ੍ਰਚੰਡ ਬਹੁਮਤ ਦੇ ਨਾਲ ਜਿਹੜੀ ਆ ਉਹ ਆਈ ਹੈਗੀ ਹੈ। 92 ਸੀਟਾਂ ਮਿਲੀਆਂ ਉਹਨਾਂ ਨੂੰ। ਇਹ ਚੀਜ਼ਾਂ ਤੋਂ ਵੀ ਸਬਕ ਨਹੀਂ ਸਿੱਖ ਰਹੀ ਕਾਂਗਰਸ ਪਾਰਟੀ, ਜਿਹਦੇ ਸੱਤਾ ਦਾ ਹੁਣੇ ਸੁੱਖ ਭੋਗਿਆ ਤੇ ਖੁਮਾਰ ਹਲੇ ਲੈ ਨਹੀਂ ਰਿਹਾ। ਉਹ ਉਸੇ ਮੋੜ ਦੇ ਵਿੱਚ ਹਲੇ ਚਲੇ ਜਾ ਰਹੇ ਨੇ। ਭਾਵੇਂ ਕਿ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਸੀਗੇ ਉਹ ਪਹਿਲਾਂ ਵੀ ਇਸੇ ਟੋਨ 'ਚ ਚੱਲ ਰਹੇ ਸੀ ਤੇ ਹੁਣ ਵੀ ਇਸੇ ਟੋਨ 'ਚ ਚੱਲ ਰਹੇ ਨੇ ਜੀ। ਪਰ ਕਹਿੰਦੇ ਨੇ ਵੀ ਜਦੋਂ ਜਿੱਤਾਂ ਹੋ ਰਹੀਆਂ ਹੁੰਦੀਆਂ ਨੇ ਤਾਂ ਉਦੋਂ ਜਿਹੜੀਆਂ ਸਾਰੀਆਂ ਗਲਤੀਆਂ ਸਾਰੀਆਂ ਜਿਹੜੇ ਉਹ ਨੈਗੇਟਿਵ ਪੱਖ ਜਿਹੜੇ ਹੁੰਦੇ ਨੇ ਉਹ ਸਾਰੇ ਵਿਸਾਰ ਦਿੱਤੇ ਜਾਂਦੇ ਨੇ। ਪਰ ਜਦੋਂ ਹਾਰ ਹੋਣ ਲੱਗ ਜਾਂਦੀ ਹੈ ਤਾਂ ਉਦੋਂ ਫਿਰ ਜਿਹੜੇ ਇੱਕ ਛੋਟੀ ਜਿਹੀ ਚੀਜ਼ ਵੀ ਜਿਹੜੀ ਆ ਉਹ ਨੈਗੇਟਿਵ ਨਜ਼ਰ ਆਉਣ ਲੱਗ ਪੈਂਦੀ ਹੈ। ਤਾਂ ਇਹੋ ਕੁਝ ਕਾਂਗਰਸ ਪਾਰਟੀ ਦੇ ਨਾਲ ਹੋ ਰਿਹਾ। ਅੱਜ ਚੰਡੀਗੜ੍ਹ ਦੇ ਵਿੱਚ ਮਹਿੰਗਾਈ ਦੇ ਵਿਰੁੱਧ ਧਰਨਾ ਦਿੱਤਾ ਗਿਆ ਸੀਗਾ। ਉਹਦੇ ਵਿੱਚ ਸਾਰੇ ਵੱਡੇ ਆਗੂ ਆਏ ਸੀ। ਪ੍ਰਤਾਪ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਇਹ ਸਾਰੇ ਵੱਡੇ ਆਏ ਸੀ। ਉਹਦੇ ਵਿੱਚੋਂ ਬਰਜਿੰਦਰ ਸਿੰਘ ਢਿੱਲੋਂ ਜਿਹੜੇ ਸੀ ਯੂਥ ਕਾਂਗਰਸ ਦੇ ਪ੍ਰਧਾਨ ਸੀ ਉਹ ਵੀ ਆਏ ਹੋਏ ਸੀ। ਨਵਜੋਤ ਸਿੰਘ ਸਿੱਧੂ ਇਹ ਬੋਲ ਰਹੇ ਸੀਗੇ ਕਿ ਮਤਲਬ ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲ ਰਹੇ ਸੀ। ਉਹਨਾਂ ਨੇ ਕਹਿੰਦਾ ਵੀ ਮੈਂ ਤਾਂ ਇਮਾਨਦਾਰ ਹਾਂ ਪਰ ਕਾਂਗਰਸ ਪਾਰਟੀ ਦੇ ਅੰਦਰ ਵੀ ਬਹੁਤ ਸਾਰੇ ਜਿਹੜੇ ਭ੍ਰਿਸ਼ਟ ਲੋਕ ਨੇ। ਤੇ ਇਹ ਗੱਲ ਸੁਣਦੇ ਹੀ ਜਦੋਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਸੀ ਤਾਂ ਇਹ ਯੂਥ ਕਾਂਗਰਸ ਦੇ ਪ੍ਰਧਾਨ ਜਿਹੜੇ ਸੀਗੇ ਉਹ ਬਰਜਿੰਦਰ ਸਿੰਘ ਢਿੱਲੋਂ ਉੱਠ ਕੇ ਖੜੇ ਹੋ ਗਏ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਝਾੜ ਪਾਉਣ ਵਾਲੇ ਅੰਦਾਜ਼ 'ਚ ਕਿਹਾ ਕਿ ਇਹ ਗੱਲ ਗਲਤ ਆ, ਤੁਸੀਂ ਉਹਨਾਂ ਦੇ ਨਾਮ ਲਓ ਜਿਹੜੇ ਜਿਨ੍ਹਾਂ ਨੂੰ ਤੁਸੀਂ ਲੱਗਦਾ ਵੀ ਉਹ ਭ੍ਰਿਸ਼ਟ ਨੇ, ਤੇ ਜੇ ਨਾਮ ਨਹੀਂ ਲੈਣਾ ਤਾਂ ਫਿਰ ਇਹ ਡਰਾਮੇਬਾਜ਼ੀ ਕਰਨੀ ਬੰਦ ਕਰੋ, ਪਾਰਟੀ ਲਾਈਨ ਦੇ ਉੱਤੇ ਕੰਮ ਕਰੋ। ਤੇ ਇਹ ਜਦੋਂ ਆਹ ਗੱਲ ਹੋਈ ਤਾਂ ਫਿਰ ਬਰਜਿੰਦਰ ਸਿੰਘ ਢਿੱਲੋਂ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹਨਾਂ ਨੇ ਵੀ ਬਰਜਿੰਦਰ ਸਿੰਘ ਢਿੱਲੋਂ ਜਿਹੜਾ ਜਿੰਦਾਬਾਦ ਦੇ ਨਾਅਰੇ ਲੱਗੇ। ਉੱਧਰੋਂ ਨਵਜੋਤ ਸਿੰਘ ਸਿੱਧੂ ਜਿੰਦਾਬਾਦ, ਇੱਧਰੋਂ ਬਰਜਿੰਦਰ ਸਿੰਘ ਢਿੱਲੋਂ ਜਿੰਦਾਬਾਦ। ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿਰੁੱਧ, ਮਹਿੰਗਾਈ ਦੇ ਵਿਰੁੱਧ ਜਾਂ ਧਰਨੇ ਮੁਜ਼ਾਹਰੇ ਹੋ ਰਹੇ ਸੀ, ਉਹ ਕਿਤੇ ਨਾ ਕਿਤੇ ਦੂਰ ਖੜੇ ਵੇਖ ਕੇ ਮੰਦ ਮੁਸਕਰਾ ਰਹੇ ਸੀ
ਵੀ ਜਿਨ੍ਹਾਂ ਕੋਲੋਂ ਆਪਾਂ ਨਹੀਂ ਸਾਂਭਿਆ ਜਾ ਰਿਹਾ ਉਹ ਸਾਡੇ ਉੱਤੇ ਕੀ ਇਲਜ਼ਾਮ ਲਾਉਣਗੇ ਜਾਂ ਸਾਨੂੰ ਕੀ ਉਹ ਠੀਕ ਕਰ ਸਾਡੇ ਉੱਤੇ ਕਿੱਦਾਂ ਅਟੈਕ ਕਰ ਸਕਦੇ ਨੇ। ਉਹਨਾਂ ਦੇ ਨਾਲ ਹੀ ਮੇਰੇ ਖਿਆਲ ਤੇ ਕਿਤੇ ਪਾਸੇ ਪ੍ਰਤਾਪ ਸਿੰਘ ਬਾਜਵਾਨ ਵੀ ਖੜੇ ਹੋਣੇ, ਕਿਉਂਕਿ ਬੜੇ ਖੁਸ਼ ਅੰਦਾਜ਼ ਦੇ ਵਿੱਚ ਦਿਖੇ ਉਹ ਜਦੋਂ ਇੰਟਰਵਿਊ ਲੈ ਰਹੇ ਸੀ। ਇਹ ਸਾਰੇ ਮਾਮਲੇ ਤੋਂ ਬਾਅਦ ਕਹਿੰਦੇ ਹੰਗਾਮੀ ਮੀਟਿੰਗ ਬੁਲਾਈ ਗਈ ਸੀ ਜਿਹੜੇ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ, ਤੇ ਉੱਥੇ ਜਦੋਂ ਬਾਹਰ ਨਿਕਲ ਕੇ ਆਏ ਪ੍ਰੈਸ ਵਾਲਿਆਂ ਨੇ ਪੁੱਛਿਆ ਭਾਈ ਕਿ ਤੁਸੀਂ ਪਹਿਲਾਂ ਬਾਹਰ ਇੱਕਦਮ ਪਹਿਲਾਂ ਮੁਜ਼ਾਹਰਾ ਹੋ ਰਿਹਾ, ਫਿਰ ਲੜਾਈ ਹੋਈ, ਫਿਰ ਇੱਕਦਮ ਅੰਦਰ ਚਲੇ ਗਏ, ਕਹਿੰਦੇ ਅੰਦਰ ਤਾਂ ਨਹੀਂ ਜਾ ਕੇ ਗੁੱਥਮ ਗੁੱਥੀ ਹੋਏ? ਉਹ ਕਹਿੰਦੇ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਸੀ, ਕਹਿੰਦੇ ਅਸੀਂ ਜਿਹੜੀਆਂ ਨਿਯੁਕਤੀਆਂ ਕਰਨੀਆਂ ਨੇ ਨਵੀਆਂ ਉਹਦੇ ਉੱਤੇ ਗੱਲਬਾਤ ਹੋਈ ਸੀ। ਤੇ ਬੜੇ ਖੁਸ਼ ਦਿਖੇ, ਬੜੇ ਪੋਜ਼ਿਟਿਵ ਦਿਖੇ ਜਦੋਂ ਆਪਣੀ ਗੱਲਾਂ ਕਰ ਰਹੇ ਨੇ। ਉਹ ਆਮ ਆਦਮੀ ਪਾਰਟੀ ਦੇ ਉੱਤੇ ਅਟੈਕ ਕਰ ਰਹੇ ਨੇ, ਫਿਰ ਉਹ ਕਹਿੰਦੇ ਨੇ ਕਿ ਇਹਨਾਂ ਨੇ ਆਹ ਨਹੀਂ ਕੀਤਾ, ਇਹਨਾਂ ਨੇ ਆਹ ਨਹੀਂ ਕੀਤਾ, ਜਿਹੜਾ ਉਹਨਾਂ ਦੇ ਹਰ ਰੋਜ਼ ਦੇ ਬਿਆਨ ਹੁੰਦੇ ਨੇ ਕਿ 300 ਯੂਨਿਟ ਬਿਜਲੀ ਨਹੀਂ ਫਰੀ ਦਿੱਤੀ ਤੇ ਫਲਾਣਾ ਤਿਮਕਾ। ਪਰ ਉਸ ਤੋਂ ਬਾਅਦ ਜਿਹੜੀ ਬੋਡੀ ਲੈਂਗੁਏਜ ਸੀ ਉਹ ਬੜੀ ਪੋਜ਼ਿਟਿਵ ਸੀ। ਉਹ ਐ ਸੀਗੀ ਕਿ ਵੀ ਹਾਂ ਇਹ ਗੱਲ ਥੋੜੀ ਜਿਹੀ ਸੈੱਟ ਆਈ ਹੈ ਤੇ ਮੇਰਾ ਜਿਹੜਾ ਉੱਲੂ ਆ ਉਹ ਸਿੱਧਾ ਹੋ ਸਕਦਾ ਕਿ ਨਹੀਂ। ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਉੱਲੂ ਸਿੱਧਾ ਆਪਾਂ ਵਰਡ ਨਾ ਲਈਏ, ਆਪਾਂ ਇਹਨੂੰ ਥੋੜ੍ਹਾ ਜਿਹਾ ਇਹਨੂੰ ਘੁਮਾ ਕੇ ਜੇ ਅਗਰ ਬੋਲ ਦਈਏ ਤਾਂ ਇਹਦੇ 'ਚ ਉਹਨਾਂ ਨੂੰ ਜੋ ਕੁਝ ਵੀ ਇਹ ਆਪਸ 'ਚ ਲੜ ਰਹੇ ਨੇ ਉਹਦੇ 'ਚ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹਦਾ ਫਾਇਦਾ ਜਿਹੜਾ ਉਹ ਇੰਟਰਨਲੀ ਜਿਹੜਾ ਉਹਨਾਂ ਨੂੰ ਹੀ ਹੋਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪ੍ਰਧਾਨਗੀ ਦੇ ਦਾਅਵੇਦਾਰ ਜਿਹੜੇ ਨੇ ਉਹ ਵੀ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨਗੀ ਦੇ ਦਾਅਵੇਦਾਰ ਉਹ ਵੀ ਨੇ। ਤੇ ਚੰਨੀ ਹੋਣੀ ਵੀ ਗਏ ਹੋਏ ਸੀਗੇ ਸਵੇਰ ਦੇ, ਅੱਜ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਫੋਟੋ ਵੀ ਪਾਈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੋਨਾਂ ਦੀ ਖੜਿਆਂ ਦੀ। ਤੇ ਉਧਰੋਂ ਜਿਹੜੇ ਬਿੱਟੂ ਨੇ, ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਮੋਦੀ ਦੇ ਨਾਲ ਜਿਹੜੀ ਫੋਟੋਆਂ ਖਿਚਾ ਕੇ ਪਾਤੀਆਂ। ਇੱਧਰੋਂ ਜਿਹੜਾ ਰਾਜਾ ਵੜਿੰਗ ਹੋਣੀ ਨੇ ਉਹ ਵੀ ਲਾਈਨ ਦੇ ਵਿੱਚ ਲੱਗੇ ਖੜੇ ਨੇ। ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਅੱਜ ਇਸ ਤਰ੍ਹਾਂ ਦੀ ਸੀਗੀ ਕਿ ਜਿਸ ਤਰ੍ਹਾਂ ਉਹ ਕਾਫੀ ਕੁਝ ਹਾਸਲ ਕਰਨ ਵਾਲੇ ਨੇ। ਤੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਰੁੱਧ, ਜਿਹੜਾ ਬਿਆਨ ਵੀ ਬੜਾ ਜ਼ਬਰਦਸਤ ਦਿੱਤਾ ਹੈਗਾ। ਉਹਨਾਂ ਦਾ ਕਹਿਣਾ ਹੈਗਾ ਕਿ ਆਪ ਦੀ ਜਿਹੜੀ ਬੁਨਿਆਦ ਜਿਹੜੀ ਸੀ ਉਹ ਝੂਠ ਤੇ ਟਿਕੀ ਹੋਈ ਸੀ ਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਚੌਂਕਾਂ 'ਚ ਘੇਰਨੇ ਸ਼ੁਰੂ ਹੋ ਜਾਣਗੇ। ਤੇ ਤੁਸੀਂ ਵੇਖਣਾ ਕਿ 6 ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਨੇ ਆਪੋ ਆਪਣੇ ਝੋਲਿਆਂ ਦੇ ਵਿੱਚ ਇੱਕ ਅੱਡ ਰੰਗ ਦੀ ਪੱਗ ਪਾ ਲੈਣੀ ਹੈਗੀ ਹੈ ਤੇ ਪੀਲੀਆਂ ਪੱਗਾਂ ਲਾ ਲੈਣੀਆਂ ਨੇ ਤੇ ਚਿੱਟੀ ਜਿਹੜੀ ਉਹ ਸਿਰ ਤੇ ਧਰ ਲੈਣੀ ਹੈਗੀ ਹੈ, ਕਿਉਂਕਿ ਇਹਨਾਂ ਦੇ ਮਤਲਬ ਪੱਲੇ ਕੁੱਲੇ ਕੁਝ ਹੈ ਨਹੀਂ। ਤੇ ਆਉਣ ਵਾਲੇ 6-8 ਮਹੀਨਿਆਂ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਪੰਜਾਬ ਵਿੱਚ ਜਿਹੜੀ ਆ ਉਹ ਆਪ ਜਿਹੜੀ ਆ ਉਹ ਇੱਕ ਆਪ ਪੰਜਾਬ ਬਣਨੀ ਹੈ ਤੇ ਇੱਕ ਆਪ ਇੰਡੀਆ ਬਣ ਜਾਣੀ ਹੈ, ਕਿਉਂਕਿ ਭਗਵੰਤ ਮਾਨ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਦੇ ਸਾਹਮਣੇ ਜਿਹੜੇ ਆ ਉਹ ਖੜੇ ਹੋਣ ਵਾਲੇ ਨੇ, ਕਿਉਂਕਿ ਬਹੁਤਾ ਲੰਮਾ ਸਮਾਂ ਜਿਹੜਾ ਲੋਕ ਮਤਲਬ ਇਹਨਾਂ ਨੂੰ ਝੱਲਣਗੇ, ਇਹਨਾਂ ਕੋਲ ਵੇਚਣ ਵਾਸਤੇ ਵੀ ਕੁਝ ਹੈ ਨਹੀਂ। ਵੈਸੇ ਜੇ ਆਮ ਆਦਮੀ ਪਾਰਟੀ ਦੇ 2 ਇਕਾਈਆਂ ਬਣ ਵੀ ਜਾਂਦੀਆਂ ਨੇ ਤਾਂ ਇਹਦੇ 'ਚ ਹਰਜ ਕੀ ਹੋਣਾ ਚਾਹੀਦਾ, ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਆਲ ਇੰਡੀਆ ਨੈਸ਼ਨਲ ਕਾਂਗਰਸ ਇਹ ਵੀ 2 ਹੀ ਇਕਾਈਆਂ ਨੇ। ਨਹੀਂ, ਪਰ ਉਹਨਾਂ ਦਾ ਮਕਸਦ ਇਹ ਸੀਗਾ, ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਕਿ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ, ਪੰਜਾਬ ਪ੍ਰਦੇਸ਼ ਆਪ ਜਿਹੜੀ ਆ ਉਹ ਨਹੀਂ, ਉਹਨਾਂ ਦਾ ਮਤਲਬ ਇਹ ਸੀਗਾ ਕਿ ਆਪ ਜਿਹੜੀ ਉਹ ਵੱਖਰੀ ਨਿਕਲ ਜਾਏਗੀ, ਉਹਨਾਂ ਦੇ ਧੜਾ ਹੀ ਅੱਡ ਹੋ ਜਾਏਗਾ। ਭਗਵੰਤ ਮਾਨ ਜਿਹੜਾ ਸੀ ਉਹ ਆਪ ਪਾਰਟੀ ਜਿਹੜੀ ਹੈ ਪੰਜਾਬ ਦੀ ਬਣਾ ਲੈਣਗੇ ਤੇ ਉਹ ਆਪਣਾ ਉਹਨਾਂ ਦਾ ਵੱਖਰਾ ਰਹੇਗਾ ਇੰਡੀਆ ਦਾ। ਸੋ ਇਹੋ ਕੁਝ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੀ ਕਹਿਣਾ ਹੈਗਾ, ਕਿਉਂਕਿ ਲਗਾਤਾਰ ਜਿਹੜੇ ਨੇ ਉਹ ਜਿਹੜੀ ਕਾਨੂੰਨ ਵਿਵਸਥਾ ਦੀ ਵੀ ਹਾਲਾਤ ਮਾੜੇ ਹੁੰਦੇ ਚਲੇ ਜਾ ਰਹੇ ਨੇ। ਲਗਾਤਾਰ ਜਿਹੜੇ ਨਸ਼ਿਆਂ ਦੇ ਨਾਲ ਵੀ ਲੋਕਾਂ ਦੀ ਜਿਹੜੀ ਮੌਤਾਂ ਹੁੰਦੀ ਚਲੀ ਜਾ ਰਹੀਆਂ ਨੇ, ਭਾਵੇਂ ਕਿ ਅੱਡ ਥਾਣੇ ਵੀ ਬਣਾਏ ਜਾ ਰਹੇ ਨੇ ਜੀ। ਅਸੀਂ ਉਹਦੇ ਵਾਸਤੇ ਐਂਟੀ ਗੈਂਗਸਟਰ ਤੇ ਉਹਨਾਂ ਦੇ ਲਗਾ ਵੀ ਦਿੱਤਾ ਹੈਗਾ। ਉਹਨਾਂ ਨੇ ਪ੍ਰਮੋਦ ਕੁਮਾਰ ਜਿਹੜੇ ਨੇ ਉਹ ADGP ਉਹਨਾਂ ਨੂੰ ਜਿਹੜਾ ਉਹ ਲਗਾਇਆ ਹੈਗਾ, ਗੁਰਪ੍ਰੀਤ ਭੁੱਲਰ ਨੂੰ ਜਿਹੜਾ ਉਹਨਾਂ ਦੇ ਨਾਲ ਲਗਾਇਆ ਹੈਗਾ, ਗੁਰਮੀਤ ਸਿੰਘ ਚੌਹਾਨ ਜਿਹੜੇ ਨੇ AIG ਉਹ ਲਗਾਏ ਹੈਗੇ ਨੇ। ਸੋ ਇੱਕ ਇਹਨਾਂ ਦੇ ਆਫੀਸਰ ਵੀ ਲਗਾ ਦਿੱਤੇ ਹੈਗੇ ਨੇ, ਥਾਣੇ ਵੀ ਅਲੱਗ-ਅਲੱਗ ਬਣਾਉਣ ਦੀ ਗੱਲ ਕੀਤੀ ਹੈ। ਪਰ ਜਿਸ ਤਰ੍ਹਾਂ ਦੇ ਵਾਰਦਾਤਾਂ ਹੋ ਰਹੀਆਂ ਨੇ ਤੇ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਨੇ, ਇਹ ਆਪਣੇ ਆਪ ਦੇ ਵਿੱਚ ਗੰਭੀਰ ਮੁੱਦਾ ਹੈਗਾ। ਤੇ ਬਜਾਏ ਇਸ ਦੇ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਉਹ ਸਰਕਾਰ ਨੂੰ ਘੇਰਨ, ਉਹ ਅੱਜ ਆਪਸ ਦੇ ਵਿੱਚ ਲੜਦੇ ਜਿਹੜੇ ਨੇ ਉਹ ਦਿਖਾਈ ਦਿੱਤੇ ਨੇ। ਤੇ ਇਹ ਬੜੀ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਇਹ ਬੜੀ ਮੰਦਭਾਗੀ ਗੱਲ ਹੈਗੀ ਹੈ। ਇਹ ਜਿਹੜੀ ਪਾਰਟੀ ਫੋਰਮ ਦੇ ਉੱਤੇ ਗੱਲਾਂ ਚੱਕਣੀਆਂ ਚਾਹੀਦੀਆਂ ਸੀਗੀਆਂ, ਇਹ ਸੜਕ ਦੇ ਉੱਤੇ ਇਹ ਚੀਜ਼ ਲੜਾਈ ਨਹੀਂ ਆਉਣੀ ਚਾਹੀਦੀ ਸੀ। ਤੇ ਬਹੁਤ ਸਾਰਾ ਪੁੱਛਿਆ ਵੀ ਗਿਆ ਉਹਨਾਂ ਨੂੰ ਵੀ ਤੁਸੀਂ ਕੀ ਕਹਿਣਾ ਹੈਗਾ, ਪਰ ਉਹ ਕਹਿੰਦੇ ਮੈਂ ਕੁਝ ਨਹੀਂ ਕਹਿਣਾ, ਜੇ ਕਿਸੇ ਹੋਰ ਨੇ ਵੀ ਕਿਹਾ ਹੋਣੇਗਾ ਤਾਂ ਮੈਂ ਉਹਦੇ ਬਾਰੇ ਕੋਈ ਟਿੱਪਣੀ ਕਰਨੀ। ਭਾਵੇਂ ਕਿ ਇਹਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹਨਾਂ ਨੇ ਪਾਰਟੀ ਦਾ ਜਿਹੜਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਸੜਕ ਦੇ ਉੱਤੇ, ਇੰਨੀ ਮੁਸ਼ਕਲ ਦੇ ਨਾਲ ਖੜੀ ਕੀਤੀ ਗਈ ਪਾਰਟੀ ਜਿਹੜੀ ਆ, ਇਹ ਅੱਜ ਜਲੂਸ ਨਿਕਲ ਰਿਹਾ ਇਹਨਾਂ ਦਾ ਸੜਕਾਂ ਦੇ ਉੱਤੇ। ਸੁਖੀ ਰੰਧਾਵਾ ਹੁਣੇ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਜਿਹੜੀ ਪ੍ਰਧਾਨਗੀ ਦੀ ਰੇਸ ਦੇ ਵਿੱਚ ਹੈਗੇ ਨੇ। ਪਿਛਲੀ ਵਾਰੀ ਜਿਹੜੇ ਟਰਮ ਨਿਕਲ ਗਿਆ ਹੋਣੀ, ਐਂਡ ਵਾਲੇ ਦਿਨਾਂ ਦੇ ਵਿੱਚ ਉਹ ਮੁੱਖ ਮੰਤਰੀ ਉਹਨਾਂ ਦੇ ਨਾਲ ਵੀ ਰਹੇ ਆ ਤੇ ਗ੍ਰਹਿ ਮੰਤਰਾਲਾ ਰੱਖਿਆ ਸੀ ਉਹਨਾਂ ਨੇ। ਖੈਰ ਸੁਖੀ ਰੰਧਾਵਾ ਹੁਣੇ ਬੜੇ ਦੁਖੀ ਦਿਖੇ ਇਸ ਗੱਲ ਦੇ ਉੱਪਰੋਂ।
ਉਹ ਕਹਿੰਦੇ ਅਸੀਂ ਘਰਾਂ ਦੇ ਵਿੱਚੋਂ ਕਾਂਗਰਸ ਚਲਾਈ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਹਿਲਾ ਸਮਾਂ ਬੀਤ ਗਿਆ, ਕਹਿੰਦੇ ਸਾਡੇ ਪਰਿਵਾਰ ਨੇ ਘਰਾਂ ਦੇ ਵਿੱਚੋਂ ਕਾਂਗਰਸ ਕਹਿੰਦੇ ਚਲਾਈ ਹੈ। ਅਸੀਂ ਜਿਹੜੇ ਕਹਿੰਦੇ ਜੀ ਵੀ ਕਾਂਗਰਸ ਭਵਨ ਹੈ ਕਹਿੰਦਾ ਆਪਣੇ ਹੱਥੀਂ ਬਣਵਾਇਆ, ਤੇ ਪਹਿਲਾਂ ਤਾਂ ਕਹਿੰਦੇ ਕਾਂਗਰਸ ਭਵਨ ਹੁੰਦਾ ਵੀ ਨਹੀਂ ਸੀ ਇੱਥੇ। ਕਹਿੰਦੇ ਜਿਹੜੇ ਲੋਕ ਇਹ ਨਵੇਂ ਆ ਕੇ ਇੱਥੇ ਲੜਾਈਆਂ ਕਰ ਰਹੇ ਨੇ, ਕਹਿੰਦੇ ਇਹ ਹੋਣਾ ਨਹੀਂ ਚਾਹੀਦਾ, ਤੇ ਕਾਂਗਰਸ ਦੀ ਛਵੀ ਦੇ ਉੱਤੇ ਕਹਿੰਦੇ ਅਸਰ ਪੈਣਾ ਇਸ ਚੀਜ਼ ਦਾ। ਠੀਕ ਹੈ, ਕਿਤੇ ਗੱਲ ਇੱਕ ਪਾਸੇ ਠੀਕ ਵੀ ਲੱਗਦੀ ਹੈ, ਕਿਉਂਕਿ ਇੱਕ ਪਾਸੇ ਤੁਸੀਂ ਬੀਜੇਪੀ ਵਾਲਿਆਂ ਨੂੰ ਘੇਰਨਾ ਸੀ, ਆਮ ਆਦਮੀ ਪਾਰਟੀ ਨੂੰ ਘੇਰਨਾ ਸੀ, ਤੇ ਸਿਰਫ ਐ ਨਹੀਂ ਘੇਰਨਾ ਸੀ ਕਿ ਤੁਹਾਨੂੰ ਜਿਹੜੀ ਹੈ ਵੋਟਾਂ ਅਗਲੀ ਵਾਰੀ ਪੈ ਜਾਣ, ਐ ਘੇਰਨਾ ਸੀ ਕਿ ਤੁਹਾਨੂੰ ਲੋਕਾਂ ਨੇ 18 ਸੀਟਾਂ ਹਜੇ ਦਿੱਤੀਆਂ ਨੇ, ਤੁਸੀਂ ਲੋਕਾਂ ਦੀ ਆਵਾਜ਼ ਬਣਨਾ। ਤੇ ਲੋਕਾਂ ਦੀ ਆਵਾਜ਼ ਤਾਂ ਕੀ ਬਣਨਾ ਹੈ, ਤੁਸੀਂ ਆਪਸ 'ਚ ਉੱਥੇ ਆਪਣੀ ਇੱਕ ਦੂਜੇ ਦੀ ਆਵਾਜ਼ ਬਣ ਗਏ ਤੇ ਸਿਰਪਾੜ ਵੀ ਹੋ ਜਾਂਦੇ ਜੇ ਥੋੜਾ ਮਾਮਲਾ ਹੋਰ ਗਰਮ ਹੁੰਦਾ। ਇੱਥੇ ਇੱਕ ਜਿਹੜੀ ਦਾਦ ਦੇਣੀ ਆ ਨਵਜੋਤ ਸਿੰਘ ਸਿੱਧੂ ਦੀ ਬਣਦੀ ਹੈ ਕਿ ਉਹਨਾਂ ਨੇ ਮਾਮਲੇ ਨੂੰ ਜਦੀ ਠੰਡਾ ਪਾ ਲਿਆ, ਉਹਨੂੰ ਤੂਲ ਨਹੀਂ ਜ਼ਿਆਦਾ ਦਿੱਤੀ। ਹੋ ਸਕਦਾ ਜੇ ਉਧਰੋਂ ਵੀ ਗਰਮਾ ਗਰਮੀ ਹੋ ਜਾਂਦੀ ਤੇ ਮਾਮਲਾ ਬਿਲਕੁਲ ਹੀ ਅਲੱਗ ਹੋ ਜਾਣਾ। ਬਿਲਕੁਲ, ਇਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਬੜੀ ਸਿਆਣਪ ਵਾਲਾ ਕੰਮ ਕੀਤਾ ਹੈਗਾ ਕਿ ਜੋਕਰ ਜਿੱਦਾਂ ਉਹਨਾਂ ਦੇ ਖਿਲਾਫ ਇੱਕ ਸ਼ਰੇਆਮ ਸੜਕ ਦੇ ਉੱਤੇ ਉਹਨਾਂ ਨੂੰ ਇੱਕ ਖਿੱਚਣ ਵਾਲੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਇਹ ਗੱਲ ਕੀਤੀ ਗਈ ਸੀ ਕਿ ਤੁਸੀਂ ਜਵਾਬ ਦਿਓ, ਆਪਣੀ ਹੀ ਪਾਰਟੀ ਦੇ ਇੱਕ ਆਗੂ ਵੱਲੋਂ ਉਹਨਾਂ ਨੂੰ ਇੱਕ ਕਿਸਮ ਦਾ ਜਿਹੜਾ ਉਹਨਾਂ ਦੀ ਇਮੇਜ ਦੇ ਉੱਤੇ ਜਿਹੜੀ ਉਹ ਸਵਾਲ ਖੜਾ ਕੀਤਾ ਸੀਗਾ। ਤੇ ਉਹ ਚੀਜ਼ ਜਿਹੜੀ ਆ ਨਵਜੋਤ ਸਿੰਘ ਸਿੱਧੂ ਹੋਣੀ ਜੇ ਉੱਥੇ ਕੁਝ ਜਵਾਬ ਦਿੰਦੇ ਤਾਂ ਫਿਰ ਉਹ ਕਿਤੇ ਨਾ ਕਿਤੇ ਜਿਹੜਾ ਉਹ ਮਾਮਲਾ ਵੱਧ ਸਕਦਾ ਸੀ। ਪਰ ਸਿਆਣਪ ਇਹ ਰਹੀ ਹੈ ਕਿ ਨਾ ਸਿਰਫ ਨਵਜੋਤ ਸਿੰਘ ਸਿੱਧੂ ਉੱਥੇ ਚੁੱਪ ਕਰਕੇ ਉੱਥੋਂ ਲੰਘ ਗਏ, ਬਲਕਿ ਉੱਥੋਂ ਜਿਹੜੇ ਹੋਰ ਲੀਡਰ ਸੀਗੇ ਕਾਂਗਰਸ ਦੇ ਉਹ ਵੀ ਉੱਥੋਂ ਚੁੱਪ ਕਰਕੇ ਖਿਸਕ ਗਏ ਵੀ ਇਹ ਮਾਮਲਾ ਕਿਤੇ ਹੋਰ ਪਾਸੇ ਨੂੰ ਤੂਲ ਫੜ ਗਿਆ। ਸੋ ਸਾਰਾ ਦਾ ਸਾਰਾ ਜਿਹੜਾ ਕਸੂਰ ਇਸ ਵਾਲੇ ਜਿਹੜਾ ਬਰਜਿੰਦਰ ਸਿੰਘ ਢਿੱਲੋਂ ਉਹਨਾਂ ਦਾ ਨਿਕਲੇਗਾ, ਕਿਉਂਕਿ ਉਹਨਾਂ ਨੇ ਇਹ ਸਾਰੀ ਗੱਲ ਜਿਹੜੀ ਆ ਉਹ ਸ਼ਰੇਆਮ ਸੜਕ ਦੇ ਉੱਤੇ ਕਹਿ ਦਿੱਤੀ। ਤੇ ਇਹ ਉਸ ਵੇਲੇ ਕਹਿ ਦਿੱਤੀ ਜਦੋਂ ਮੀਡੀਆ ਦੇ ਕੈਮਰੇ ਚੱਲ ਰਹੇ ਸੀਗੇ ਤੇ ਉਹ ਸਾਰਾ ਕੁਝ ਰਿਕਾਰਡ ਹੋ ਗਿਆ। ਤੇ ਅੱਜ ਉਹ ਸਾਰਾ ਜੋ ਕੁਝ ਵੀ ਆ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਉਹ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਤੇ ਮੀਡੀਆ ਦੇ ਹੋਰ ਘਰਾਣਿਆਂ ਦੇ ਵਿੱਚ ਚੱਲ ਰਿਹਾ, ਤੇ ਕੱਲ ਨੂੰ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਨ ਵਾਲਾ। ਤੇ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਹੁਣੀ ਜਿੱਦਾਂ ਦੇ ਕੰਮ ਕਰਦੇ ਚਲੇ ਜਾ ਰਹੇ ਨੇ, ਉਹ ਕਿਤੇ ਨਾ ਕਿਤੇ ਜਿਹੜਾ ਉਹ ਨਾ ਸਿਰਫ ਵਿਰੋਧੀ ਪਾਰਟੀਆਂ ਨੂੰ ਬਲਕਿ ਉਹਨਾਂ ਦੇ ਆਪਣੇ ਜਿਹੜੇ ਅੰਦਰ ਪਾਰਟੀ ਦੇ ਅੰਦਰ ਵੀ ਜਿਹੜਾ ਉਹਨਾਂ ਨੂੰ ਵਿਰੋਧ ਝੱਲਣਾ ਪੈ ਰਿਹਾ, ਕਿਉਂਕਿ ਉਹਨਾਂ ਨੂੰ ਜਿਹੜੇ ਪਾਰਟੀ ਦੇ ਅੰਦਰ ਲੋਕ ਨੇ ਜਿਹੜੇ ਫਰੰਟ ਲਾਈਨ ਦੇ ਵਿੱਚ ਸੋਚਦੇ ਸੀਗੇ ਵੀ ਅਸੀਂ ਪ੍ਰਧਾਨਗੀ ਦੇ ਵਿੱਚ ਦਾਅਵੇਦਾਰ ਹੈਗੇ ਹਾਂ, ਉਹਨਾਂ ਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੇ ਵੱਡੇ ਬਣ ਕੇ ਨਿਕਲ ਆਏ, ਵੱਡੇ ਕੱਦ ਦੇ ਨਿਕਲ ਆਏ, ਜਾਂ ਉਹਨਾਂ ਨੂੰ ਪ੍ਰਧਾਨਗੀ ਮਿਲਦੀ ਹੈ ਜਾਂ ਚੀਫ ਮਿਨਿਸਟਰ ਦਾ ਚਿਹਰਾ ਹੁੰਦੇ ਨੇ, ਤਾਂ ਫਿਰ ਉਹਨਾਂ ਨੂੰ ਜਿਹੜੀ ਆ ਉਹ ਫਰੰਟ ਲਾਈਨ ਦੇ ਉੱਤੇ ਆਉਣ ਦਾ ਜਾਂ ਉਹਦੇ ਆਉਣ ਦਾ ਵੀ ਫਾਇਦਾ ਕੋਈ ਨਹੀਂ ਹੋਣਾ ਹੈਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਕੁਰਸੀ ਦੀ ਲੜਾਈ ਹੈ, ਜਿਹੜੀ ਕਿ ਪਹਿਲਾਂ ਚੀਫ ਮਿਨਿਸਟਰ ਦੀ ਕੁਰਸੀ ਦੀ ਲੜਾਈ ਸੀ, ਹੁਣ ਪ੍ਰਧਾਨਗੀ ਦੀ ਲੜਾਈ ਹੈਗੀ ਹੈ। ਪਰ ਇਹਦੇ ਨਾਲ ਕਾਂਗਰਸ ਦੀ ਇਮੇਜ ਨੂੰ ਜਿਹੜਾ ਬੜਾ ਵੱਡਾ ਧੱਕਾ ਲੱਗਾ। ਤੇ ਉਹ ਧੱਕਾ ਇੱਥੋਂ ਤੱਕ ਕੀ ਹੈ ਕਿ ਹੁਣ ਜਿਹੜੇ ਮਾੜੇ ਮੋਟੇ ਵੀ ਜਿਹੜੇ 18 ਸੀਟਾਂ ਵਾਲੇ ਲੋਕ ਵੀ ਉਹਨਾਂ ਨਾਲ ਜੁੜੇ ਹੋਏ ਨੇ, ਉਹ ਵੀ ਜਿਹੜੇ ਕਿਤੇ ਨਾ ਕਿਤੇ ਉਹ ਇਸ ਨੂੰ ਸੋਚਦੇ ਹੋਣਾ ਵੀ ਯਾਰ ਇਹ ਤਾਂ ਆਪਸ 'ਚ ਲੜੀ ਜਾ ਰਹੇ ਨੇ, ਸਾਨੂੰ ਇਹਨਾਂ ਨਾਲ ਖੜ ਕੇ ਕੀ ਫਾਇਦਾ ਹੋਣਾ। ਜੀ, ਉਹ ਸੁਖੀ ਰੰਧਾਵਾ ਹੁਣ ਕਹਿੰਦੇ ਕਾਲੇ ਚੋਰ ਨੂੰ ਮਿਲ ਜੇ ਜਿਹੜੀ ਪ੍ਰਧਾਨਗੀ ਮਿਲਣੀ ਹੈ, ਕਹਿੰਦੇ ਸਾਨੂੰ ਨਹੀਂ ਚਾਹੀਦੀ, ਜਿਹਨੂੰ ਲਾਣਾ ਲਾ ਦਿਓ, ਪਰ ਕਹਿੰਦੇ ਐ ਲੜੋ ਨਾ ਸੜਕਾਂ ਦੇ ਉੱਤੇ ਆ ਕੇ। ਅੱਛਾ, ਗੱਲ ਅੱਗੇ ਕਰ ਲੈਂਦੇ ਹਾਂ ਜੀ ਡੇਰਾ ਮੁਖੀ ਰਾਮ ਰਹੀਮ ਹੋਣਾ ਦੀ। ਰਾਮ ਰਹੀਮ ਹੋਣੀ ਕਾਫੀ ਲੰਬੇ ਸਮੇਂ ਤੋਂ ਜਿਹੜੇ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਪਾਇਆ ਗਿਆ ਸੀਗਾ, ਤੇ ਉਸ ਤੋਂ ਬਾਅਦ ਸਲਾਨੀਆ ਜੇਲ੍ਹ ਦੇ ਵਿੱਚ ਨੇ। ਪਿੱਛੇ ਜਿਹੇ ਜਦੋਂ ਫਰਲੋ ਤੇ ਬਾਹਰ ਆਏ, ਉਦੋਂ ਲੋਕਾਂ ਨੇ ਬੜੇ ਸਵਾਲ ਚੁੱਕੇ ਕਿ ਇਹ ਬਾਬਾ ਹੁਣ ਵੋਟਾਂ ਦੇ ਵੇਲੇ ਬਾਹਰ ਆ ਗਿਆ ਤੇ ਇਹਨੇ ਇੱਕੋ ਕੰਮ ਕਰਨਾ ਕਿ ਇਨਫਲੂਐਂਸ ਕਰਨਾ ਵੋਟਾਂ ਨੂੰ ਪੰਜਾਬ ਦੇ ਵਿੱਚ ਆ ਕੇ। ਫਿਰ ਉਹੀ ਕੰਮ ਹੋਇਆ, ਉਹ ਕਹਿੰਦੇ ਵੀ ਭਾਜਪਾ ਨੂੰ ਵੋਟ ਪਾ ਦਿਓ, ਉਹ ਜਿਹੜਾ ਉਹਨਾਂ ਦਾ ਰਾਜਨੀਤਿਕ ਵਿੰਗ ਸੀਗਾ, ਅਤੇ ਕਹਿੰਦੇ ਅਕਾਲੀਆਂ ਦੀ ਵੀ ਗੱਲ ਹੋਈ ਹੈ ਵੀ ਅਕਾਲੀਆਂ ਨੂੰ ਵੀ ਵੋਟ ਪੈਣੀ ਹੈ। ਤੇ ਉਸ ਤੋਂ ਬਾਅਦ ਪਟਿਆਲੇ ਤੋਂ ਇੱਕ ਪਟੀਸ਼ਨ ਪਈ ਹੈ, ਆਜ਼ਾਦ ਉਮੀਦਵਾਰ ਖੜੇ ਸੀ, ਉਹ ਕਹਿੰਦੇ ਵੀ ਤੁਸੀਂ ਬਾਬੇ ਨੂੰ ਇਸ ਟਾਈਮ ਬਾਹਰ ਕੱਢਤਾ, ਕਹਿੰਦੇ ਇਹ ਇਨਫਲੂਐਂਸ ਕਰੇਗਾ ਵੋਟਾਂ ਨੂੰ। ਇੱਕ ਪਾਸੇ ਤੁਸੀਂ ਕਹਿੰਦੇ ਵੀ ਅਸੀਂ ਚੋਣ ਜਾਬਤਾ ਲਾਇਆ, ਦੂਜੇ ਪਾਸੇ ਇਹੋ ਜਿਹੇ ਹਾਲਾਤ ਹੁੰਦੇ ਆ। ਤਾਂ ਅੱਜ ਉਹਦਾ ਜਵਾਬ ਹੈ ਜਿਹੜਾ ਉਹ ਹਾਈ ਕੋਰਟ ਨੇ ਦਿੱਤਾ, ਪੰਜਾਬ ਹਰਿਆਣਾ ਹਾਈ ਕੋਰਟ ਨੇ। ਉਹ ਕਹਿੰਦੇ ਵੀ ਬਾਬਾ ਕਹਿੰਦੇ ਪਹਿਲੀ ਗੱਲ ਤਾਂ ਤੁਸੀਂ ਜਦੋਂ ਕਹਿੰਦੇ ਵੀ ਹਾਰਡਕੋਰ ਕ੍ਰਿਮੀਨਲ ਆ, ਕਹਿੰਦੇ ਹਾਰਡਕੋਰ ਕ੍ਰਿਮੀਨਲ ਥੋੜ੍ਹੀ ਹੈ। ਤੇ ਦੂਜੀ ਗੱਲ ਕਹਿੰਦੇ ਵੀ ਜਿਹੜਾ ਅਸੀਂ ਕੱਢਿਆ ਇਹਨਾਂ ਨੂੰ ਬਾਹਰ, ਕਹਿੰਦੇ ਸੰਵਿਧਾਨ ਦੇ ਤਹਿਤ ਕੱਢਿਆ, ਬਿਲਕੁਲ ਠੀਕ ਕਰਿਆ ਅਸੀਂ ਜੋ ਵੀ ਕਰਿਆ। ਤੇ ਇਹ ਮਾਮਲਾ ਪੂਰਾ ਕੀ ਹੈ ਥੋੜਾ ਸਮਝੋ। ਦੇਖੋ, ਜਿਹੜੇ ਡੇਰਾ ਮੁਖੀ ਰਾਮ ਰਹੀਮ ਉੱਤੇ ਇੱਕ ਤਾਂ 2 ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਮਾਮਲਾ ਜਿਹੜਾ ਉਹ ਸਾਬਤ ਹੋਇਆ। ਨੰਬਰ 2 ਦੇ ਉੱਤੇ ਛਤਰਪਤੀ ਜਿਹੜੇ ਪੱਤਰਕਾਰ ਸੀਗੇ ਉਹ ਆਪਣਾ ਸਰਸੇ ਦੇ, ਉਹਨਾਂ ਦੇ ਕਤਲ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਸਾਬਤ ਹੋਇਆ ਹੈਗਾ। ਤੇ ਇੱਕ ਦਾ ਮਾਮਲਾ ਉਹਨਾਂ ਦੇ ਨਾਲ ਹੋਰ ਵੀ ਸਾਬਤ ਹੋਇਆ। ਸੋ ਇਹ ਹਲੇ ਉਹਦੇ 'ਚ 2 ਮਾਮਲੇ ਉਹਨਾਂ ਦੇ ਖਿਲਾਫ ਹਲੇ ਵੀ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਤੇ ਬੇਦਬੀ ਦਾ ਮਾਮਲਾ ਜਿਹੜਾ ਇਹ ਹਜੇ ਉਹਨਾਂ ਦੇ ਖਿਲਾਫ ਪੈਂਡਿੰਗ ਪਏ ਨੇ।
ਪਤਾ ਨਹੀਂ ਹੁਣ ਹਾਈ ਕੋਰਟ ਦੇ ਵਿੱਚ ਦਲੀਲਾਂ ਕੀ ਦਿੱਤੀਆਂ ਗਈਆਂ ਤੇ ਕਿਹੜੀਆਂ ਦਲੀਲਾਂ ਦੇ ਆਧਾਰ ਦੇ ਉੱਤੇ ਮਾਨਯੋਗ ਹਾਈ ਕੋਰਟ ਨੇ ਇਸ ਚੀਜ਼ ਦੇ ਉੱਤੇ ਇਹ ਟਿੱਪਣੀ ਕੀਤੀ ਹੈਗੀ ਹੈ। ਪਰ ਹਾਈ ਕੋਰਟ ਦੀ ਜਿਹੜੇ ਕੁਝ ਵੀ ਅਗਰ ਫੈਸਲਾ ਆਇਆ ਤਾਂ ਉਹਦੇ 'ਤੇ ਟਿੱਪਣੀ ਕਰਨੀ ਮੁਨਾਸਿਬ ਨਹੀਂ ਹੋਵੇਗੀ। ਪਰ ਪੰਜਾਬ ਸਰਕਾਰ ਦੀਆਂ ਕਿਤਾਬਾਂ ਜੇਕਰ ਪਰੋਲ ਕੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਜਿਹੜੇ ਹਾਰਡਕੋਰ ਕ੍ਰਿਮੀਨਲ ਜਾਂ ਜਿਹੜਾ ਆਪਣਾ ਸੰਵਿਧਾਨ ਦੀਆਂ ਕਿਤਾਬਾਂ ਦੇ ਮੁਤਾਬਕ ਦੇਖਿਆ ਤਾਂ ਹਾਰਡਕੋਰ ਕ੍ਰਿਮੀਨਲ ਦੇ ਜਿਹੜੇ ਕੀ ਮਾਇਨੇ ਹੈਗੇ ਨੇ ਉਹ ਵੀ ਵੇਖਣੇ ਜਿਹੜੇ ਉਹ ਬੜੇ ਦਿਲਚਸਪ ਹੋਣਗੇ, ਕਿਉਂਕਿ ਇਸੇ ਦੇ ਆਧਾਰ ਦੇ ਉੱਤੇ ਹੀ ਉੱਪਰ ਜਿਹੜੀ ਹੈ ਇਹਦੀ ਅਪੀਲ ਕੀਤੀ ਜਾ ਸਕਦੀ ਹੁੰਦੀ ਹੈ। ਕਿਉਂਕਿ ਜਿਹੜੇ ਲੋਕਾਂ ਦੇ ਖਿਲਾਫ ਫੈਸਲਾ ਆਇਆ, ਜਿਹੜਾ ਤੁਸੀਂ ਕਹਿ ਰਹੇ ਹੋ ਕੈਂਡੀਡੇਟ ਨੇ ਪਾਈ ਸੀ ਅਪੀਲ ਪਾਈ ਸੀ, ਉਹਨਾਂ ਦੇ ਖਿਲਾਫ ਜਿਹੜਾ ਇਹ ਫੈਸਲਾ ਆਇਆ ਵੀ ਉਹ ਹਾਰਡਕੋਰ ਕ੍ਰਿਮੀਨਲ ਨਹੀਂ ਹੈਗੇ, ਤਾਂ ਉਹਨਾਂ ਨੇ ਵੀ ਅੱਗੇ ਕੋਈ ਨਾ ਕੋਈ ਜਿਹੜੇ ਤੱਥ ਪੇਸ਼ ਕਰਨੇ ਨੇ ਅੱਗੇ ਅਪੀਲ ਕਰਨ ਵਾਸਤੇ। ਉਹ ਤੱਥਾਂ ਦੇ ਆਧਾਰ ਦੇ ਉੱਤੇ ਅਗਰ ਦੇਖਿਆ ਜਾਵੇ ਤਾਂ ਉਹ ਇਹ ਕਹਿ ਸਕਦੇ ਨੇ ਕਿ ਜਿਹੜਾ ਹਾਰਡਕੋਰ ਕ੍ਰਿਮੀਨਲ ਦਾ ਜਿਹੜੀ ਅਸਲ ਮਾਇਨੇ ਨੇ ਸੰਵਿਧਾਨ ਦੇ ਵਿੱਚ ਉਹ ਆ ਹੈਗੇ ਨੇ। ਕਿਉਂਕਿ ਬਲਾਤਕਾਰ ਜਿਹੜਾ ਹੀਨੀਅਸ ਕ੍ਰਾਈਮ ਦੇ ਵਿੱਚ ਆ ਜਾਂਦਾ ਹੈਗਾ ਤੇ ਮਤਲਬ ਬੜਾ ਗੰਭੀਰ ਜੁਰਮ ਦੇ ਵਿੱਚ ਆ ਜਾਂਦਾ ਬਲਾਤਕਾਰ, ਤੇ ਕਤਲ ਜਿਹੜਾ ਗੰਭੀਰ ਜੁਰਮ ਦੇ ਵਿੱਚ ਆ ਜਾਂਦਾ ਹੈਗਾ। ਤੇ ਡਿਪੈਂਡ ਕਰਦਾ ਵੀ ਕਤਲ ਜਿਹੜਾ ਉਹ ਹਾਲਾਤ ਦੇ ਤੋਂ ਮਜਬੂਰ ਹੋ ਕੇ ਕਤਲ ਕੀਤਾ ਗਿਆ ਜਾਂ ਫਿਰ ਪਲਾਨ ਕਰਕੇ ਕਤਲ ਕੀਤਾ ਗਿਆ ਹੈਗਾ। ਇਹ ਵੱਖਰੇ ਵੱਖਰੇ ਇਹਦੀਆਂ ਜਿਹੜੀਆਂ ਸੋਚਾਂ ਹੈਗੀਆਂ ਨੇ ਦੇ ਪਿੱਛੇ। ਪਰ ਕੁੱਲ ਮਿਲਾ ਕੇ ਜੋ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਹੈ ਉਹ ਹਲੇ ਪੂਰੀ ਤਰ੍ਹਾਂ ਉਹਦਾ ਪੂਰਾ ਪੱਖ ਨਹੀਂ ਆਇਆ। ਜਦੋਂ ਆਏਗਾ ਤਾਂ ਉਹਦੇ ਉੱਤੇ ਪੂਰੀ ਜਿਹੜੀ ਅੱਗੇ ਵਿਚਾਰ ਚਰਚਾ ਕੀਤੀ ਜਾ ਸਕਦੀ। ਲੇਕਿਨ ਇਹ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਕਿ ਹਾਈ ਕੋਰਟ ਦੇ ਵਿੱਚ ਜਿਹੜੀ ਗੱਲ ਗਈ ਸੀ ਕਿ 7 ਫਰਵਰੀ ਨੂੰ ਜਿਹੜਾ ਇਹਨੂੰ ਬਾਹਰ ਕੱਢਿਆ ਗਿਆ ਸੀ ਰਾਮ ਰਹੀਮ ਨੂੰ ਫਰਲੋ ਤੇ 21 ਦਿਨ ਦੀ, ਉਹ ਫਰਲੋ ਤੋਂ ਬਾਅਦ ਜਦੋਂ ਉਹ ਜੇਲ੍ਹ 'ਚ ਚਲਾ ਗਿਆ ਤਾਂ ਮਤਲਬ ਉਹਦੇ ਬਾਹਰ ਨਿਕਲਣ ਦਾ ਜਿਹੜਾ ਉਹ ਵਿਰੋਧ ਕੀਤਾ ਗਿਆ ਸੀਗਾ, ਉਹਨੂੰ ਹਾਈ ਕੋਰਟ ਵੱਲੋਂ ਵੀ ਨਕਾਰ ਦਿੱਤਾ ਗਿਆ ਹੈਗਾ ਵੀ ਇਹ ਉਸੂਲ ਦੇ ਮੁਤਾਬਕ ਜਿਹੜਾ ਇਹ ਕਾਨੂੰਨ ਦੇ ਅਨੁਸਾਰ ਇਹਨੂੰ ਬਾਹਰ ਕੱਢਿਆ ਗਿਆ ਸੀਗਾ। ਤੇ ਪਰ ਇੱਕ ਗੱਲ ਬੋਨੀ ਇਹਦੇ 'ਚ ਆਪਾਂ ਇਹ ਕਹਿਣੀ ਮੁਨਾਸਿਬ ਸਮਝਾਂਗੇ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਿਆ ਬਾਬਿਆਂ ਨੇ, ਭਾਵੇਂ ਉਹਨਾਂ ਨੇ ਫਰਮਾਨ ਜਾਰੀ ਕਰਤੇ ਵੀ ਫਲਾਣੀ ਪਾਰਟੀ ਨੂੰ ਵੋਟ ਪਾਓ, ਧਮਕਾਣੀ ਪਾਰਟੀ ਨੂੰ ਵੋਟ ਪਾਓ, ਪਰ ਤੁਸੀਂ ਦੇਖੋ ਵੀ ਉਹ ਸਾਰੇ ਦੇ ਸਾਰੇ ਜਿੰਨੇ ਵੀ ਜ਼ੋਰ ਸੀਗੇ ਉਹ ਸਾਰੇ ਖਤਮ ਹੋ ਗਏ। 92 ਸੀਟਾਂ ਆਈਆਂ ਤੇ ਇਹਦਾ ਮਤਲਬ ਇਹ ਸੀਗਾ ਕਿ ਜਿਹੜਾ ਬਾਬੇ ਨੂੰ ਬਾਹਰ ਕੱਢਣ ਦਾ ਜੇ ਕਿਤੇ ਇਹਦੇ ਪਿੱਛੇ ਕੋਈ ਮਕਸਦ ਵੀ ਸੀਗਾ ਉਹ ਸਾਰਾ ਦਾ ਸਾਰਾ ਮਕਸਦ ਫੇਲ ਹੋ ਗਿਆ। ਤੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜਲਦੀ ਜਿਹੜੇ ਜੇਕਰ ਰਾਜਨੀਤੀ ਤੋਂ ਪ੍ਰੇਰਿਤ ਸੀਗਾ ਤਾਂ ਫਿਰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਬਾਬਾ ਜਲਦੀ ਬਾਹਰ ਨਿਕਲੇਗਾ, ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਚੁੱਕਾ ਜਿਹੜੇ ਇਹਨਾਂ ਦੇ ਆਕਾ ਹੋਣਗੇ, ਇਹਨਾਂ ਨੂੰ ਬਾਹਰ ਕੱਢਣ ਵਾਲੇ ਹੋਣਗੇ ਵੀ ਇਹਦੇ ਬਾਹਰ ਨਿਕਲਣ ਨਾਲ ਵੀ ਫਾਇਦਾ ਤਾਂ ਕੋਈ ਹੋਇਆ ਨਹੀਂ। ਤੇ ਕਿਤੇ ਨਾ ਕਿਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਾਬੇ ਲਈ ਹੀ ਇਹ ਚੀਜ਼ ਜਿਹੜੀ ਆ ਉਹ ਮੁਸ਼ਕਲ ਖੜਾ ਕਰ ਗਈ ਕਿ ਉਹ ਬਾਹਰ ਨਿਕਲ ਕੇ ਵੀ ਉਹ ਕੁਝ ਨਹੀਂ ਕਰ ਸਕਿਆ ਤੇ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਪੱਲੇ ਪੈ ਗਈਆਂ। ਜੀ ਉੱਥੇ ਆਪਾਂ ਰਾਜਨੀਤੀ ਦੀ ਗੱਲ ਕਰ ਲਈਏ ਕਿ ਰਾਜਨੀਤੀ ਫਿਰ ਤਾਂ ਇਹ ਕਹਿੰਦੀ ਹੈ ਕਿ ਹਰਿਆਣੇ ਦੇ ਵਿੱਚ ਹੁਣ ਚੋਣਾਂ ਨੇ ਤੇ ਬਾਬਾ ਜੀ ਦੇ ਖਿਲਾਫ ਆਪਾਂ ਕੁਝ ਨਹੀਂ ਕਹਿਣਾ ਜੇ ਆਪਾਂ ਰਾਜਨੀਤਿਕ ਢੰਗ ਨਾਲ ਇਹਨੂੰ ਦੇਖਦੇ ਹਾਂ ਤਾਂ, ਕਿਉਂਕਿ ਜਦ 2 ਰੇਪ ਕੇਸ ਨੇ ਜਿਹੜੇ ਉਹ ਦੋਸ਼ੀ ਨੇ ਉਹਦੇ ਵਿੱਚ ਜਿਹੜੇ ਉਹਨਾਂ ਦੇ ਖਿਲਾਫ ਸਜ਼ਾ ਆਈ ਹੋਈ ਹੈ। ਅੱਛਾ ਰੇਪ ਕੇਸ ਹੁੰਦੇ ਆ, ਇੱਕ ਹੁੰਦਾ ਕਿ ਤੁਹਾਨੂੰ ਇੱਕ ਵਾਰੀ ਸਜ਼ਾ ਮਿਲਦੀ ਹੈ, ਜੇ ਤੁਹਾਡੇ 2 ਕੇਸ ਵੀ ਹੋ ਜਾਂਦੇ ਆ, ਤੁਸੀਂ 2 ਕੇਸਾਂ ਦੇ ਵਿੱਚ ਵੀ ਜੇ ਜੁਰਮ ਦੋਸ਼ੀ ਪਾਏ ਜਾਂਦੇ ਹੋ ਇੱਕ ਹੋਰ ਸਜ਼ਾ ਮਿਲ ਜਾਂਦੀ ਹੈ, ਜਿਹੜਾ ਮੈਂ ਪ੍ਰਾਵਧਾਨ ਸੁਣਿਆ। CBI ਦੀ ਸਪੈਸ਼ਲ ਕੋਰਟ ਨੇ ਇਹਦੇ ਵਿੱਚ ਸਪੈਸ਼ਲ ਜਿਹੜੀ ਲਾਅ ਲਾਇਆ ਸੀਗਾ, ਉਹ ਕਹਿੰਦੇ ਵੀ ਜਿਹੜੀ ਪਹਿਲਾਂ ਇੱਕ ਸਜ਼ਾ ਪੂਰੀ ਹੋਏਗੀ ਉਸ ਤੋਂ ਬਾਅਦ ਦੂਜੀ ਸਜ਼ਾ ਪੂਰੀ ਹੋਏਗੀ। ਤੇ ਜਦੋਂ ਇਹੋ ਜਿਹਾ ਉਸ ਟਾਈਮ ਜਦੋਂ ਇਹਨਾਂ ਨੇ 2 ਸਜ਼ਾਵਾਂ ਇਕੱਠੀਆਂ ਜੋੜੀਆਂ ਨਹੀਂ ਤੇ ਦੋਨਾਂ ਨੂੰ ਬੈਕ ਟੂ ਬੈਕ ਰੱਖਿਆ ਤਾਂ ਇਹ ਆਮ ਕ੍ਰਿਮੀਨਲ ਦੀ ਗੱਲ ਤਾਂ ਹੋ ਨਹੀਂ ਸਕਦੀ। ਉਦੋਂ ਇਹ ਗੱਲ ਚੱਲੀ ਸੀਗੀ ਕਿ ਇਹ ਗੋਡਮੈਨ ਬਣਦੇ ਸੀਗੇ, ਆਪਣੇ ਆਪ ਨੂੰ ਕਹਿੰਦੇ ਰੱਬ ਨੂੰ ਮਿਲਾਉਣ ਦਾ ਇੱਕ ਬੰਦਾ ਦੱਸਦੇ ਸੀ। ਤੇ ਉਹਦੇ ਦੌਰਾਨ ਉਸ ਭੇਸ ਦੇ ਵਿੱਚ ਕਹਿੰਦੇ ਨਾਲ ਤਾਂ ਇਹਨਾਂ ਨੇ ਜਿਹੜਾ ਕ੍ਰਾਈਮ ਕੀਤਾ ਉਹ ਤਾਂ ਕੀਤਾ ਹੀ ਹੈ, ਇਹਦੇ ਨਾਲ ਇੱਕ ਵੱਡਾ ਕ੍ਰਾਈਮ ਇਹ ਹੈ ਕਿ ਲੋਕਾਂ ਨਾਲ ਧੋਖਾ ਕੀਤਾ, ਲੋਕਾਂ ਦੀ ਭਾਵਨਾਵਾਂ ਨਾਲ ਖੇਡੇ ਨੇ। ਫਿਰ ਜਦੋਂ ਕਤਲ ਦਾ ਮਾਮਲਾ ਆ ਜਾਂਦਾ ਉਦੋਂ ਵੀ ਇਹੀ ਗੱਲ ਹੁੰਦੀ ਹੈ ਕਿ ਛਤਰਪਤੀ ਉਹਨਾਂ ਦੇ ਆਪਾਂ ਗੱਲ ਕੀਤੀ ਹੈ ਪੱਤਰਕਾਰ ਸੀਗੇ ਤੇ ਉਹਨਾਂ ਦੇ ਨਾਲ ਕੋਈ ਐਸਾ ਹੁਣ ਸਪਰ ਆਫ ਦਾ ਮੂਮੈਂਟ ਦੇ ਵਿੱਚ ਤਾਂ ਹੋਇਆ ਨਹੀਂ ਸੀ, ਉਹ ਤਾਂ ਪੂਰਾ ਪਲੈਨਿੰਗ ਦੇ ਨਾਲ ਕੀਤਾ ਹੋਇਆ ਇੱਕ ਕਤਲ ਸੀਗਾ। ਕੋਰਟ ਨੇ ਵੀ ਇਹੀ ਮੰਨਿਆ ਕਿ ਇਹ ਪਲੈਨਿੰਗ ਦੇ ਵਿੱਚ ਬਾਬਾ ਜਿਹੜਾ ਸੀਗਾ ਉਹ ਨਾਲ ਇੱਕ ਵੱਡੀ ਜਿਹੜੀ ਕੜੀ ਇੱਕ ਬਾਬਾ ਸੀਗਾ। ਇੱਕ ਹੋਰ ਕਤਲ ਦੇ ਵਿੱਚ ਇਹਨਾਂ ਦਾ ਨਾਂ ਆਇਆ। 2 ਜਿਹੜੇ ਵੱਡੇ ਮਸਲੇ ਨੇ ਪੰਜਾਬ ਦੇ ਤੇ ਉੱਥੇ ਇਹਨਾਂ ਦੇ ਆਪਣੇ ਭਾਈਚਾਰੇ ਦੇ, ਉਹਦੇ ਵਿੱਚ ਇਹਨਾਂ ਦਾ ਨਾਂ ਆ ਰਿਹਾ। ਫਿਰ ਜੇ ਇਹ ਹਾਰਡਕੋਰ ਕ੍ਰਿਮੀਨਲ ਨਹੀਂ ਹੁੰਦਾ ਫਿਰ ਹਾਰਡਕੋਰ ਕ੍ਰਿਮੀਨਲ ਦੇ ਲਈ ਕੀ ਕਸਾਬ ਹੋਣਾ ਹੀ ਜ਼ਰੂਰੀ ਹੈ।
ਦੇਖੋ ਹਾਈ ਕੋਰਟ ਦੀ ਜਿਹੜਾ ਇਸ ਮਾਮਲੇ ਦੇ ਵਿੱਚ ਜੋ ਵੀ ਇਸ ਮਾਮਲੇ ਦੇ ਵਿੱਚ ਫੈਸਲਾ ਆਇਆ ਜਾਂ ਜੋ ਆਪਾਂ ਇਹ ਕਹਿ ਸਕਦੇ ਹਾਂ ਵੀ ਹਾਈ ਕੋਰਟ ਨੇ ਇਸ ਮਾਮਲੇ ਦੀ ਜਿਹੜੀ ਉਹਨਾਂ ਦੀ ਉਹ ਰਾਮ ਰਹੀਮ ਦੀ ਫਰਲੋ ਨੂੰ ਜਿਹੜੀ ਉਹ ਚੁਣੌਤੀ ਦਿੱਤੀ ਸੀ ਉਹਨੂੰ ਰੱਦ ਕੀਤਾ ਹੈਗਾ। ਤੇ ਇਹ ਪੂਰੀ ਦੀ ਪੂਰੀ ਜਿਹੜੀ ਜੋ ਕੁਝ ਵੀ ਉਹਦੇ ਖਿਲਾਫ ਫੈਸਲਾ ਆਇਆ ਉਸ ਨੂੰ ਪਹਿਲਾਂ ਹਲੇ ਤਾਂ ਉਹਨਾਂ ਦੇ ਸਟਾਰਟਿੰਗ ਦੇ ਵਿੱਚ ਕਮੈਂਟਸ ਆਏ ਨੇ, ਉਹ ਜਦ ਤੱਕ ਉਹ ਪੜ੍ਹੇ ਨਹੀਂ ਜਾਂਦੇ ਜਦ ਤੱਕ ਉਹਦੇ ਬਾਰੇ ਆਪਾਂ ਕਮੈਂਟ ਨਹੀਂ ਕਰ ਸਕਦੇ। ਪਰ ਇੰਨਾ ਜ਼ਰੂਰ ਹੈ ਕਿ ਇਸ ਮਾਮਲੇ ਨੂੰ ਲੈ ਕੇ ਚਰਚਾ ਜ਼ਰੂਰ ਛਿੜ ਗਈ ਹੈ ਵੀ ਅਸਲ 'ਚ ਕੀ ਹੋਣਾ ਚਾਹੀਦਾ ਤੇ ਕੀ ਹੋਇਆ ਹੈਗਾ। ਹੋ ਸਕਦਾ ਵੀ ਉੱਥੇ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਹੁਣ ਉਹ ਸਹੀ ਢੰਗ ਨਾਲ ਨਾ ਦਿੱਤੀਆਂ ਗਈਆਂ ਹੋਣ, ਜੋ ਅਦਾਲਤ ਦੇ ਵਿੱਚ ਪੱਖ ਪੇਸ਼ ਕੀਤੇ ਗਏ ਹੋਣ ਉਹ ਸਹੀ ਢੰਗ ਨਾਲ ਨਾ ਪੇਸ਼ ਕੀਤੇ ਗਏ ਹੋਣ। ਜਿਸ ਤਰ੍ਹਾਂ ਤੁਸੀਂ ਦੇਖੋ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਮਾਮਲਾ ਸੀਗਾ ਜਿਹੜਾ ਉਹ ਰਿਪੋਰਟ ਜਿਹੜਾ ਆਪਣਾ ਇਹਨੇ ਪੇਸ਼ ਕੀਤੀ ਸੀਗੀ, ਜਿਹੜਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀਗੀ ਉਹ ਰਿਪੋਰਟ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਹਾਈ ਕੋਰਟ ਨੇ। ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਈਆਂ ਹੈਗੀਆਂ ਨੇ। ਤਾਂ ਉਹਦੇ ਵਿੱਚ ਵੀ ਜੇਕਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਤਾਂ ਉਹ ਇਹ ਆਈ ਹੈ ਕਿ ਉੱਥੇ ਸਰਕਾਰ ਵੱਲੋਂ ਕੇਸ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਜਿਹੜਾ ਅਟਾਰਨੀ ਜਨਰਲ ਸੀਗਾ ਉਹਦੇ ਤੇ ਜੋ ਦੋਸ਼ ਲੱਗੇ ਉਹ ਸਾਰਿਆਂ ਨੂੰ ਪਤਾ ਨੇ ਵੀ ਉਹ ਮੌਕੇ ਦੇ ਉੱਤੇ ਉਹਨਾਂ ਨੇ ਛੁੱਟੀ ਲੈ ਜਾਂਦੇ ਸੀ ਜਾਂ ਜੋ ਵੀ ਹੁੰਦਾ ਰਿਹਾ। ਉਹ ਕਾਫੀ ਲੜਾਈ ਉਹਨਾਂ ਦਾ ਆਪਸ ਦੇ ਵਿੱਚ ਮਤਭੇਦ ਹੋਏ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵਿਰੁੱਧ ਸਾਰੀਆਂ ਚਲੀਆਂ ਗਈਆਂ। ਤਾਂ ਇਸ ਮਾਮਲੇ 'ਚ ਵੀ ਇਹ ਵੇਖਣਾ ਹੋਵੇਗਾ ਕਿ ਉੱਥੇ ਦਲੀਲਾਂ ਜਿਹੜੀਆਂ ਨੇ ਵਕੀਲ ਜਿਹੜੇ ਪੇਸ਼ ਹੋਏ ਸੀ ਉਹਨਾਂ ਦਲੀਲਾਂ ਕੀ ਪੇਸ਼ ਕੀਤੀਆਂ ਤੇ ਕਿੱਦਾਂ ਉਹ ਕੇਸ ਨੂੰ ਅੱਗੇ ਲੜਿਆ, ਕਿਉਂਕਿ ਅਦਾਲਤ ਦੇ ਵਿੱਚ ਜੋ ਚੀਜ਼ਾਂ ਕਾਨੂੰਨ ਦੇ ਮਾਨਯੋਗ ਜੱਜ ਸਾਹਿਬਾਨ ਦੇ ਅੱਗੇ ਜੋ ਕੁਝ ਵੀ ਤੱਥ ਪੇਸ਼ ਕੀਤੇ ਜਾਣਗੇ, ਜੋ ਵੀ ਸਬੂਤ ਪੇਸ਼ ਕੀਤੇ ਜਾਣਗੇ, ਜੋ ਬਹਿਸ ਹੋਏਗੀ ਉਹਦੇ ਆਧਾਰ ਦੇ ਉੱਤੇ ਹੀ ਜਿਹੜੀ ਅੱਗੇ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ। ਐਦਾਂ ਨਹੀਂ ਹੁੰਦਾ ਕਿ ਅਦਾਲਤਾਂ ਆਪਣੇ ਕੋਲੋਂ ਫੈਸਲਾ ਦੇ ਦਿੰਦੀਆਂ ਹੁੰਦੀਆਂ ਨੇ। ਸੋ ਉਹ ਕਿੱਦਾਂ ਦੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ, ਕਿੱਦਾਂ ਦੇ ਸਬੂਤ ਪੇਸ਼ ਕੀਤੇ ਗਏ, ਕਿੱਦਾਂ ਦੇ ਤੱਥ ਪੇਸ਼ ਕੀਤੇ ਗਏ, ਇਹ ਵੇਖਣਾ ਬੜਾ ਜ਼ਰੂਰੀ ਹੋਵੇਗਾ। ਤੇ ਕੀ ਜੇਕਰ ਉਹ ਕਿਤੇ ਨਾ ਕਿਤੇ ਕੋਈ ਕਮੀਆਂ ਰਹੀਆਂ ਨੇ ਤਾਂ ਫਿਰ ਉਸੇ ਨੂੰ ਅੱਗੇ ਆਧਾਰ ਬਣਾ ਕੇ ਜਿਹੜਾ ਅੱਗੇ ਸੁਪਰੀਮ ਕੋਰਟ ਦੇ ਵਿੱਚ ਇਸ ਚੀਜ਼ ਦਾ ਅੱਗੇ ਅਪੀਲ ਕੀਤੀ ਜਾਂਦੀ ਹੁੰਦੀ ਆ। ਸੋ ਵੇਖਣਾ ਹੋਏਗਾ ਹਲੇ ਪੂਰਾ ਦਾ ਪੂਰਾ ਮਾਮਲਾ ਕੀ ਹੈ ਕਿ ਕਿੱਦਾਂ ਉੱਥੇ ਲੜਿਆ ਗਿਆ ਕੇਸ, ਤੇ ਜੇਕਰ ਕਿਤੇ ਊਣਤਾਈ ਹੈਗੀ ਹੈ ਤਾਂ ਫਿਰ ਜਿਹੜੇ ਲੋਕਾਂ ਨੇ ਇਹਦਾ ਪੱਖ ਪੇਸ਼ ਕੀਤਾ ਹੈਗਾ ਕਿਤੇ ਨਾ ਕਿਤੇ ਉਸ ਚੀਜ਼ ਦੀ ਆਪਾਂ ਧਿਆਨ ਦੇਣਾ ਹੋਵੇਗਾ ਕਿ ਉੱਥੇ ਕੀ ਊਣਤਾਈ ਰਹੀ ਹੈਗੀ। ਜੀ ਆਪਾਂ ਗੱਲ ਕਰ ਲੈਂਦੇ ਜਾਓ ਪੰਜਾਬ ਦੇ ਉੱਤੇ ਰੇਤੇ ਦਾ ਬੜਾ ਰੌਲਾ ਚੱਲਿਆ ਜਦੋਂ ਦੀਆਂ ਵੋਟਾਂ ਸ਼ੁਰੂ ਹੋਣ ਲੱਗੀਆਂ। ਵੋਟਾਂ ਤੋਂ 6 ਮਹੀਨੇ ਪਹਿਲਾਂ ਰੇਤੇ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕਿ ਖੱਡਾਂ ਨੇ ਜੀ, ਇੱਥੇ ਚੋਰੀ ਹੁੰਦੀ ਹੈ ਜੀ। ਉਹ ਸੁਖਬੀਰ ਬਾਦਲ ਹੋਣੀ ਵੀ ਜਿਹੜੇ ਨੇ ਇੱਕ ਥਾਂ 'ਤੇ ਜਾ ਕੇ ਰੇਡ ਮਾਰ ਦਿੰਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਉੱਤੋਂ ਹੈਲੀਕਾਪਟਰ ਤੋਂ ਜਾਂਦੇ ਫੋਟੋ ਖਿੱਚ ਕੇ ਕਹਿ ਦਿੰਦੇ ਨੇ ਵੀ ਇਹ ਜਿਹੜੀ ਇੱਥੇ ਕਹਿੰਦੇ ਰੇਤਾ ਚੋਰੀ ਹੋ ਰਹੀ ਹੈ। ਫਿਰ ਨਾਲ ਹੀ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਣੀ ਆ ਜਾਂਦੇ ਨੇ, ਉਹ ਵੀ ਕਹਿੰਦੇ ਰੇਤੇ ਦੀ ਬੜੀ ਚੋਰੀ ਹੋ ਰਹੀ ਹੈ। ਚਰਨਜੀਤ ਸਿੰਘ ਚੰਨੀ ਹੋਣੀ ਤਾਂ ਐਂ ਕਹਿ ਦਿੰਦੇ ਨੇ ਵੀ 5.5 ਰੁਪਏ ਜਿਹੜਾ ਫੁੱਟ ਹੈ ਉਹ ਤੁਹਾਨੂੰ ਰੇਤਾ ਦੇਣਾ। ਤੇ ਇਸ ਤੋਂ ਬਾਅਦ ਪੰਜਾਬ ਦੀ ਜਿਹੜੀ ਆਪ ਇਕਾਈ ਹੈ ਇਹਨਾਂ ਨੇ ਵੀ ਬੜਾ ਇਸ ਚੀਜ਼ ਦਾ ਖੋਰੂ ਪਾਇਆ ਸੀ ਕਿ ਜਿਹੜਾ ਪੰਜਾਬ ਦੇ ਵਿੱਚੋਂ ਰੇਤਾ ਹੈ ਜੀ, ਕਹਿੰਦੇ ਇਹ ਮਾਫੀਆ ਬੜਾ ਵੱਡਾ ਤੇ ਇਹਦੇ ਵਿੱਚੋਂ ਕਹਿੰਦੇ ਅਸੀਂ ਘੱਟੋ ਘੱਟ 30,000 ਤੋਂ 50,000 ਕਰੋੜ ਰੁਪਇਆ ਕੱਢ ਲੈਣਾ। ਆਪ ਦੀ ਸਰਕਾਰ ਹੁਣ ਬਣ ਚੁੱਕੀ ਹੈ। ਅੱਜ ਆਮ ਆਦਮੀ ਪਾਰਟੀ ਵਾਲਿਆਂ ਦੀ ਮੀਟਿੰਗ ਹੋਈ ਹੈ, ਭਗਵੰਤ ਸਿੰਘ ਮਾਨ ਉਹਨਾਂ ਦੀ ਮੀਟਿੰਗ ਹੋਈ ਹੈ ਖੱਡਾਂ ਵਾਲਿਆਂ ਨਾਲ। ਉਹ ਕਹਿੰਦੇ ਵੀ ਦੇਖੋ ਜੀ ਤੁਸੀਂ ਆਪਣੇ ਪੂਰੇ ਜਿਹੜਾ ਸਰਕਾਰੀ ਰੇਟ ਨੇ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਜਿਹੜਾ ਰੇਤਾ ਅੱਗੇ ਵੇਚਣਾ, ਕਿਉਂਕਿ ਗੱਲਾਂ ਇਹ ਚੱਲ ਪਈਆਂ ਸੀਗੀਆਂ ਕਿ ਟਰਾਲੀ ਹੁਣ 12,000 ਦੇ ਰੇਟ ਚੱਲ ਰਿਹਾ ਸੀਗਾ, ਉਹ ਕਹਿੰਦੇ 20,000 ਤੇ ਪਹੁੰਚ ਗਿਆ ਸੀ ਹੁਣ। ਤੇ ਇਹਦੇ ਵਿੱਚ ਲੋਕਾਂ ਵੱਲੋਂ ਫਿਰ ਪ੍ਰਤੀਕਿਰਿਆ ਆ ਰਹੀਆਂ ਸ਼ੁਰੂ ਹੋ ਗਿਆ ਸੀਗੀਆਂ ਕਿ ਤੁਹਾਨੂੰ ਘਟਾਣਾ ਤਾਂ ਕੀ ਸੀ, ਉਲਟਾ ਵਧ ਹੀ ਗਿਆ। ਤੇ ਲੋਕਾਂ ਦਾ ਜਿਹੜੇ ਹੁਣ ਗਰਮੀਆਂ ਦੇ ਵਿੱਚ ਘਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਬਣਦੇ ਨੇ ਮੌਨਸੂਨ ਆਉਣ ਤੋਂ ਪਹਿਲਾਂ ਕਿਉਂਕਿ ਵਾਢੀ ਦੇ ਪੈਸੇ ਵੀ ਆਏ ਹੁੰਦੇ ਆ। ਕੁਛ ਲੋਕੀ ਕਹਿੰਦੇ ਵੀ ਇਸ ਦੌਰਾਨ ਘਰ ਸ਼ੁਰੂ ਕਰ ਲਓ ਤਾਂ ਕਿ ਠੰਡ ਦੇ ਵਿੱਚ ਔਖਾ ਨਾ ਹੋਣਾ ਪਵੇ। ਸੋ ਜਦੋਂ ਖੇਤ ਖਨਣ ਦਾ ਸਾਰਾ ਮਾਮਲਾ ਫਿਰ ਸਾਹਮਣੇ ਆਇਆ ਕਿ ਬੜਾ ਜ਼ਿਆਦਾ ਪੁੱਟਿਆ ਜਾ ਰਿਹਾ ਤੇ ਉਹ ਕਹਿੰਦੇ ਰੇਤ ਦੀ ਮਾਈਨਿੰਗ ਹੈ ਜਿਹੜੀ ਹਜੇ ਤੱਕ ਚੱਲ ਰਹੀ ਹੈ, ਤੇ ਇਹਦੇ ਵਿੱਚ ਨਵਾਂ ਫੈਸਲਾ ਲੈ ਲਿਆ। ਕਹਿੰਦੇ ਖੱਡਾਂ ਦੇ ਉੱਤੇ CCTV ਲਾ ਦੇਣੇ ਨੇ। ਕਹਿੰਦੇ ਜਿੱਥੋਂ ਤੁਸੀਂ ਲੈ ਕੇ ਜਾਓਗੇ ਤੁਹਾਡੇ ਨਾਲ ਡਰੋਨ ਜਾਣਾ। ਕਹਿੰਦੇ ਹੁਣ ਤੁਸੀਂ ਚੋਰੀ ਕਰਕੇ ਦਿਖਾਓ ਤੇ ਇਹਦੇ ਨਾਲ ਫਰਕ ਪੈਣਾ ਕੋਈ ਕਿ ਫਿਰ ਉਹ ਜਿਹਾ ਕੁਛ ਹੀ ਰਹਿ ਜਾਏਗਾ ਕਿ ਬੱਸ ਸਟੈਂਡ ਤੇ ਲੱਗਿਆ ਇੱਕ ਕੈਮਰਾ ਜਿਹੜਾ ਲੱਗਿਆ ਉਹ ਬਸ ਠੀਕ ਹੈ, ਕਦੀ ਉਹਦੇ ਸਾਹਮਣੇ ਜਵਾਕ ਹੱਸ ਜਾਂਦਾ, ਕਦੀ ਉਹ ਮਿਸਟਰ ਬੀਨ ਮੂਵੀ ਵਾਂਗੂ ਉਹਦੇ ਸਾਹਮਣੇ ਮੂੰਹ ਜਿਹਾ ਚੜਾ ਜਾਂਦਾ ਕੋਈ, ਤੇ ਉਹਦੇ ਨਾਲ ਫਰਕ ਪੈਣਾ ਵੀ ਹੈ ਜਾਂ ਸਿਰਫ ਉਹ ਹਾਸੀ ਦਾ ਕਿਰਦਾਰ ਹੀ ਬਣ ਕੇ ਰਹਿ ਜਾਣਾ ਕੈਮਰੇ। ਦੇਖੋ ਇਹ ਜਿਹੜਾ ਮੀਟਿੰਗ ਹੋਈ ਹੈ ਇਹਦੇ ਮਾਮਲੇ ਨੂੰ ਲੈ ਕੇ ਰੇਤ ਮਾਫੀਆ ਨੂੰ ਖਤਮ ਕਰਨ ਲਈ CM ਭਗਵੰਤ ਮਾਨ ਹੋਣਾ ਨੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਤੇ ਦਾਅਵਾ ਕੀਤਾ ਕਿ ਜਿਹੜਾ ਰੇਤ ਮਾਫੀਆ ਨੂੰ ਜਿਹੜਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ। ਇਸ ਦੌਰਾਨ ਜਿਹੜਾ ਠੇਕੇਦਾਰਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਉਹ ਆਪਣੀ ਜਿਹੜੀ ਰੇਤ ਦੀ ਸਪਲਾਈ ਹੈਗੀ ਹੈ ਉਹ ਸੁਚਾਰੂ ਰੂਪ ਦੇ ਵਿੱਚ ਕਰਦੇ ਰਹਿਣ, ਇਹਦੀ ਕੋਈ ਕਮੀ ਨਾ ਆਉਣ ਦੇਣ। ਇਸ ਤੋਂ ਇਲਾਵਾ ਜਿਹੜਾ ਮਾਈਨਿੰਗ ਮਿਨਿਸਟਰ ਹੈਗੇ ਨੇ ਹਰਜੋਤ ਸਿੰਘ ਬੈਂਸ, ਉਹਨਾਂ ਨੂੰ ਹਰੇਕ ਮਾਈਨਿੰਗ ਦੇ ਉੱਤੇ ਜਿਹੜਾ ਉਹ ਮੋਨੀਟਰਿੰਗ ਕਰਨ ਦੀ ਵੀ ਕਿਹਾ ਹੈਗਾ
ਤੇ ਹਰਜੋਤ ਸਿੰਘ ਬੈਂਸ ਨੇ ਨਵੀਂ ਤਕਨੀਕ ਜਿਹੜੀ ਆ ਉਹਦੇ ਨਾਲ ਜਿਹੜਾ ਇਸ ਦੀ ਮੋਨੀਟਰਿੰਗ ਕਰਨ ਦੇ ਬਾਰੇ ਜਿਹੜਾ ਉਹ ਦਾਅਵਾ ਕੀਤਾ ਤੇ ਇਹ ਕਿਹਾ ਵੀ ਜਿਹੜਾ ਡਰੋਨ ਦੇ ਰਹੀਏ ਜਿਸ ਰਸਤੇ ਜਿਹੜਾ ਉਹ ਡਰੋਨ ਦੇ ਕੈਮਰੇ ਜਿਹੜੇ ਹੋਣਗੇ ਉਹਨਾਂ ਦੇ ਰਸਤੇ ਜਿਹੜਾ ਦੀ ਮੋਨੀਟਰਿੰਗ ਕੀਤੀ ਜਾਏਗੀ, ਸਾਰਿਆਂ ਨੂੰ ਦੇਖ ਰੇਖ ਕੀਤੀ ਜਾਏਗੀ। ਉਸ ਦੇ ਵਿੱਚ ਹਰੇਕ ਸਾਈਟ ਦੇ ਉੱਤੇ ਬੋਰਡ ਲਗਾਏ ਜਾਣਗੇ ਵੀ ਇਹ ਜਿਹੜੀ ਮਾਈਨ ਹੈ, ਜਿਹੜੀ ਇਹ ਖੱਡ ਹੈ, ਇਹ ਰੇਤ ਦੀ ਖੱਡ ਹੈ, ਇਹ ਸਾਰੀ ਲੀਗਲ ਹੈਗੀ ਹੈ ਤੇ ਇਹਦੇ ਤੇ ਹਰੇਕ ਖੱਡ ਦੇ ਉੱਤੇ CCTV ਕੈਮਰੇ ਲਗਾਏ ਜਾਣਗੇ, ਜਿਹਦਾ ਤੇ ਸੈਂਟਰਲ ਕੰਟਰੋਲ ਰੂਮ ਜਿਹੜਾ ਹੋਏਗਾ, ਕੈਮਰਿਆਂ ਦੀ ਜਿਹੜੀ ਫੁਟੇਜ ਜਾਏਗੀ ਸੈਂਟਰਲ ਕੰਟਰੋਲ ਰੂਮ 'ਚ ਜਾਏਗੀ, ਉੱਥੋਂ ਮੋਨੀਟਰ ਕੀਤਾ ਜਾਏਗਾ ਇਸ ਚੀਜ਼ ਨੂੰ। ਤੇ ਉੱਪਰ ਵਾਤਾਵਰਨ ਨੂੰ ਬਚਾਉਣ ਲਈ ਵੀ ਜਿਹੜਾ ਇਸ ਦੇ ਲਈ ਸਪੈਸ਼ਲ ਜਿਹੜੀ ਉਹ ਮੈਪਿੰਗ ਕਰਾਈ ਜਾਵੇ, ਕਿਤੇ ਖੱਡ ਦੇ ਵਿੱਚੋਂ ਰੇਤ ਜ਼ਿਆਦਾ ਤਾਂ ਨਹੀਂ ਪੁੱਟ ਲਈ ਗਈ ਵੀ ਜੇ ਜ਼ਿਆਦਾ ਪੁੱਟ ਲਈ ਗਈ ਤਾਂ ਫਿਰ ਉਹਦਾ ਵੀ ਵਾਤਾਵਰਨ ਨੂੰ ਨੁਕਸਾਨ ਹੋਵੇਗਾ ਉਸ ਚੀਜ਼ ਦਾ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਇਹ ਆਪਣੇ ਆਪ ਦੇ ਵਿੱਚ ਹਾਲੇ ਤੱਕ ਰੇਤ ਦੀਆਂ ਖੱਡਾਂ ਦੇ ਉੱਤੇ ਲੀਗਲ ਬੋਰਡ ਜਾਂ ਫਿਰ CCTV ਕੈਮਰੇ ਹਾਲੇ ਤੱਕ ਇਹ ਚੀਜ਼ਾਂ ਨਹੀਂ ਸੀ ਆਈਆਂ ਤੇ ਇਹ ਇੱਕ ਵੱਡਾ ਕਦਮ ਹੈ ਕਿਉਂਕਿ ਲਲਾ ਹੁੰਦੀ ਸੀ ਵੀ ਉਹ ਆ ਗਏ ਜੀ ਰੇਤ ਜਿਹੜੀ ਇਲੀਗਲ ਮਾਈਨਿੰਗ ਵਾਲੇ, ਉਹ ਆ ਗਏ ਜੀ, ਉਹ ਭੱਜ ਗਏ ਜੀ, ਹੈ ਨਾ। ਉਦੋਂ ਹਾਲੇ ਤੱਕ ਸਿਰਫ ਆਹੀ ਚੱਲਦਾ ਸੀ, ਪਰ ਹੁਣ CCTV ਕੈਮਰੇ ਦੀਆਂ ਫੁਟੇਜ ਜਿਹੜੀ ਚੱਲ ਰਹੀ ਹੋਏਗੀ ਉਹਦੇ ਵਿੱਚ ਸਪਸ਼ਟ ਹੈ ਕੌਣ ਕਿੱਥੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਉਹ ਸਪਸ਼ਟ ਹੋ ਜਾਏਗਾ ਸਾਰਾ ਕੁਝ। ਤੇ ਇਹ ਗੱਲਾਂ ਵੱਖਰੀਆਂ ਨੇ ਵੀ ਜੇ ਕੋਈ ਕੈਮਰੇ ਹੀ ਖਰਾਬ ਕਰ ਦਿੱਤੇ ਜਾਣ, ਇਹ ਗੱਲਾਂ ਵੱਖਰੀਆਂ ਨੇ ਵੀ ਜੇ ਮਤਲਬ ਖੱਡਾਂ ਹੀ ਨਵੀਆਂ ਕਿਤੇ ਹੋਰ ਜਗ੍ਹਾ ਤੋਂ ਪੱਟ ਕੇ ਉਹ ਕੰਮ ਕਰਨਾ ਸ਼ੁਰੂ ਕਰ ਦੇਣ। ਪਰ ਰੇਤ ਜਿਹੜੀ ਹੈ ਉਸ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਸਰਕਾਰ ਰੇਤਾ ਬਜਰੀ ਨੂੰ ਲੈ ਕੇ, ਤੇ ਕਿਉਂਕਿ ਇਹੋ ਇੱਕੋ ਇੱਕ ਜ਼ਰੀਆ ਹੈਗਾ ਉਹਨਾਂ ਕੋਲੇ, ਰੇਤ ਤੇ ਸ਼ਰਾਬ, ਦੋ ਜ਼ਰੀਏ ਨੇ ਜਿਹਦੇ ਤੋਂ ਲੈ ਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਤੇ ਨਿਗਾਹ ਟਿਕੀ ਹੋਈ ਆ ਵੀ ਇਹਨਾਂ ਤੋਂ ਵਾਅਦੇ ਪੂਰੇ ਕਰਨੇ ਨੇ। ਜੀ ਕੇਜਰੀਵਾਲ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਵੀ 50,000 ਕਰੋੜ ਰੁਪਏ ਦੇ ਲਗਭਗ ਅਸੀਂ ਇਹਨਾਂ ਚੀਜ਼ਾਂ ਤੋਂ ਕਮਾਵਾਂਗੇ, ਜਿਹੜਾ ਬਚਾਵਾਂਗੇ, ਜਿਹੜਾ ਇਹ ਰੇਤ ਮਾਫੀਆ ਵਾਲੇ ਖਾ ਰਹੇ ਨੇ। 30 ਤੋਂ 35,000 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਖੱਡਾਂ ਦੇ ਵਿੱਚੋਂ ਜਿਹੜਾ ਉਹ ਲੋਕੀ ਖਾ ਜਾਂਦੇ ਨੇ ਰੇਤ ਵਾਲਿਆਂ ਚੋਂ, ਤੇ 20,000 ਕਰੋੜ ਰੁਪਏ ਦੇ ਵਿੱਚ ਜਿਹੜਾ ਉਹ ਕਮਿਸ਼ਨ ਜਾਂਦੀ ਹੈ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ, ਉਹ ਉੱਥੋਂ ਜਿਹੜਾ ਹੁੰਦਾ ਹੈਗਾ। ਤਾਂ ਉਸ ਨੂੰ ਲੈ ਕੇ ਵੀ ਇਹਨਾਂ ਨੇ ਬੜੇ ਗੰਭੀਰਤਾ ਦਿਖਾਈ ਹੈਗੀ ਹੈ ਕਿ ਐਕਸਾਈਜ਼ ਦੇ ਥਾਣੇ ਵੱਖਰੇ ਬਣਾਉਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿਹੜੇ ਰੇਤ ਮਾਫੀਆ ਜਿਹੜਾ ਗੱਲ ਕੀਤੀ ਹੈ ਉਹਨਾਂ ਨੂੰ ਡਰੋਨ ਪਲੱਸ ਉੱਥੇ CCTV ਕੈਮਰੇ ਪਲੱਸ ਜਿਹੜੀ ਇਹਦੀ ਮੋਨੀਟਰਿੰਗ ਜਿਹੜੀ ਆ ਉਹ ਸਾਰੇ ਪਾਸੋਂ ਲੀਗਲਾਈਜ਼ ਬੋਰਡ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਕੋਈ ਆਸ ਜਗਾਉਂਦੀਆਂ ਨੇ। ਪਰ ਵੇਖਣਾ ਹੋਏਗਾ ਕਿ ਬੋਰਡ ਕੋਈ ਪੱਟ ਕੇ ਨਾ ਲੈ ਜੇ, CCTV ਕੈਮਰਾ ਕੋਈ ਖਰਾਬ ਨਾ ਕਰਕੇ ਚਲਾ ਜਾਵੇ ਤੇ ਡਰੋਨ ਕਿਸੇ ਉੱਡ ਕੇ ਕਿਸੇ ਹੋਰ ਪਾਕਿਸਤਾਨ ਵਾਲੇ ਪਾਸੇ ਨਾ ਚਲਾ ਜੇ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਬੜਾ ਗੰਭੀਰਤਾ ਨਾਲ ਇਸ ਦੇ ਉੱਤੇ ਵਿਚਾਰ ਕਰਨੀ ਪਏਗੀ, ਵੇਖਣਾ ਹੋਏਗਾ। ਫੈਸਲੇ ਲੈ ਰਹੀ ਹੈ ਸਰਕਾਰ, ਹਾਲੇ ਲੈਣ ਦਿਓ, ਜਦੋਂ ਫੈਸਲਿਆਂ ਦੇ ਉੱਤੇ ਜਿਹੜਾ ਇੰਪਲੀਮੈਂਟ ਹੋਣਗੇ, ਉਹਦੇ ਤੇ ਲਾਗੂ ਹੋਣਗੇ ਤੇ ਉਹਦੇ ਰਿਜ਼ਲਟ ਨਿਕਲ ਕੇ ਸਾਹਮਣੇ ਆਉਣਗੇ, ਫਿਰ ਅੱਗੇ ਗੱਲ ਇਹਦੇ ਬਾਰੇ ਗੰਭੀਰਤਾ ਨਾਲ ਕੀਤੀ ਜਾ ਸਕਦੀ ਹੈ। ਉਹ ਜਿਵੇਂ ਕਹਿੰਦੇ ਨੇ ਕਿ ਅੱਖਾਂ 'ਚ ਰੇਤਾ ਭੁੱਕ ਗਏ ਜੀ, ਉਹ ਹੋ ਸਕਦਾ ਕੈਮਰਿਆਂ 'ਚ ਵੀ ਰੇਤਾ ਭੁੱਕ ਜਾਣ ਤੇ ਉਹ ਕਿਧਰੇ ਐ ਨਾ ਹੋਣ ਲੱਗ ਜੇ ਕਿ ਕੋਈ ਸ਼ਰਾਰਤੀ ਜਿਹੜਾ ਅਫਸਰ ਹੈ ਉਹ ਦਿਨੇ ਡਰੋਨ ਉਡਾਈ ਜਾਵੇ ਟਰੱਕਾਂ ਦੇ ਪਿੱਛੇ ਤੇ ਰਾਤ ਨੂੰ ਵਿਆਹ ਤੇ ਫਿਰ ਉੱਤੇ ਅੱਗੋਂ ਵੀ ਕਿਰਾਏ ਤੇ ਵੀ ਦੇ ਦਿਆ ਕਰੇ। ਤੇ ਇਹ ਗੱਲ ਵੀ ਭਗਵੰਤ ਮਾਨ ਹੋਣੀ ਜਿਹੜਾ ਇਹਦੇ ਤੇ ਧਿਆਨ ਦੇਣ। ਕਿ ਬਾਕੀ ਕਦਮ ਸ਼ਲਾਘਾਯੋਗ ਹੈ, ਵਧੀਆ ਕਦਮ ਕੀਤਾ। ਇਹ ਪਹਿਲੀ ਵਾਰੀ ਇਹਦੇ ਉੱਤੇ ਹੈ ਜਿਹੜਾ ਕੁਝ ਐਕਸ਼ਨ ਹੋਇਆ, ਨਹੀਂ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਮੈਂ ਫੋਨ ਕਰਕੇ ਕਿਹਾ ਜੀ ਸੋਨੀਆ ਗਾਂਧੀ ਉਹਨਾਂ ਨੂੰ ਵੀ ਐਕਸ਼ਨ ਤਾਂ ਮੈਂ ਹੁਣ ਕੀ ਲਵਾਂ, ਸਾਰੇ ਬੰਦੇ ਹੀ ਨੇ ਜਿਹੜੇ ਕਹਿੰਦੇ ਸਾਡੇ ਵੱਲੋਂ ਲੱਗੇ ਹੋਏ ਨੇ ਮਾਈਨਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਰੇ ਨੰਗੇ ਆ, ਉਹਨਾਂ ਦਾ ਕਹਿਣਾ ਤਾਂ ਪਾਵੇ ਜੀ। ਉਹ ਕਹਿੰਦੇ ਵੀ ਉਹ ਸ਼ਾਖ ਕਹਿੰਦੇ ਹੁੰਦੇ ਨਾ ਵੀ ਉੱਲੂ ਕਹਿੰਦੇ ਵੀ ਬਾਗ ਜਾਣ ਲਈ ਇੱਕ ਬਹੁਤ ਹੈ ਤੇ ਇੱਥੇ ਹਰ ਸ਼ਾਖ ਪੇ ਉੱਲੂ ਬੈਠਾ ਹੈ। ਤੇ ਉਹ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਉਹਨਾਂ ਨੇ ਪਾਰਟੀ ਪਹਿਲਾਂ ਰੱਖੀ, ਇਹਨਾਂ ਨੇ ਚਲੋ ਕੈਮਰੇ ਕੁਮਰੇ ਤਾਂ ਲਾਤੇ, ਹੁਣ ਦੇਖਦੇ ਆ ਇਹਦਾ ਕੀ ਬਣਦਾ। ਅਗਲੀ ਗੱਲ ਕਰ ਲੈਂਦੇ ਜੀ ਭਗਵੰਤ ਮਾਨ ਹੋਣਾ ਦੀ। ਭਗਵੰਤ ਮਾਨ ਹੋਣੀ ਹਿਮਾਚਲ ਦੇ ਵਿੱਚ ਸੀਗੇ ਕੱਲ, ਠੰਡੀਆਂ ਹਵਾਵਾਂ ਦੇ ਵਿੱਚ ਫੋਟਾ ਖਿਚਾਈਆਂ ਉਹਨਾਂ ਨੇ, ਮੰਡੀ 'ਚ ਰੈਲੀ ਕੀਤੀ, ਕਹਿੰਦੇ ਆਪਾਂ ਸਰਕਾਰ ਬਣਾ ਦੇਣੀ ਆ। ਤੇ ਉੱਥੇ ਪੰਜਾਬੀ ਭਾਈਚਾਰਾ ਜਿਹੜਾ ਉਹਨਾਂ ਨੇ ਵਧੀਆ ਸਪੋਰਟ ਉੱਥੇ ਉਹਨਾਂ ਨੂੰ ਕੀਤਾ ਤੇ ਪੱਗਾਂ ਪੁੱਗਾਂ ਦਿਖੀਆਂ ਪੂਰੀਆਂ ਉਹਨਾਂ ਦੀ ਵੀਡੀਓ ਦੇ ਵਿੱਚ। ਤੇ ਭੀੜ ਆ ਜਿਹੜੀ ਉਹ ਕੁਛ ਕੁ ਲੋਕਾਂ ਨੇ ਹੁਣ ਦਾਅਵਾ ਕੀਤਾ ਕਿ ਪੰਜਾਬ ਤੋਂ ਲੈ ਗਏ ਸੀ ਜੀ, ਕੁਛ ਕੁ ਕਹਿੰਦੇ ਕਿ ਉਹ ਹੈਲੀਕਾਪਟਰ 'ਚ ਜਿਹੜੀ ਥਾਂ ਥੋੜੀ ਪਿੱਛੇ ਫਾਲਤੂ ਪਈ ਸੀ ਉੱਥੇ 2-3 ਬੰਦੇ ਆਪਣੇ ਭਰਾ ਕੇ ਲੈ ਗਏ। ਤੇ ਜਦੋਂ ਹੈਲੀਕਾਪਟਰ ਦੀ ਗੱਲ ਆਉਂਦੀ ਹੈ ਤਾਂ ਗੱਲ ਆ ਜਾਂਦੀ ਹੈ ਪੁਰਾਣੇ ਮੰਤਰੀਆਂ ਦੀ। ਹੁਣ ਪਹਿਲਾਂ ਬੜਾ ਇਹ ਦੋਸ਼ ਲਾਇਆ ਜਾਂਦਾ ਸੀ ਕਿ ਹੈਲੀਕਾਪਟਰ ਨਾਲ ਇੰਨਾ ਪੈਟਰੋਲ ਫੂਕਦਾ ਜੀ, ਉਹ ਇੰਨਾ ਖਰਚਾ ਆ ਗਿਆ ਜੀ ਲੋਕਾਂ ਦੀ ਜੇਬਾਂ ਦੇ ਉੱਤੇ। ਹੁਣ ਵਿਰੋਧੀਆਂ ਨੇ ਵੀ ਉਹੀ ਸਵਾਲ ਚੱਕਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਨੇ। ਉਹ ਕਹਿੰਦੇ ਭਾਈ ਤੁਸੀਂ ਪਹਿਲਾਂ ਇੱਥੋਂ ਗਏ ਹੋ ਮੰਡੀ ਆਪਣੇ ਜਿਹੜੀ ਪਾਰਟੀ ਆ ਉਹਦੀ ਗਤੀਵਿਧੀ ਲਈ, ਫਿਰ ਤੁਸੀਂ ਕਹਿੰਦੇ ਆਂਦੇ ਕੇਜਰੀਵਾਲ ਉਹਨਾਂ ਨੂੰ ਵੀ ਦਿੱਲੀ ਛੱਡ ਆਏ। ਕਹਿੰਦੇ ਇਹ ਕਿਹੜਾ ਤੁਸੀਂ ਮਾਮੇ ਵਾਲਾ ਗੱਡਾ ਬਣਾਇਆ ਜਿਹੜਾ ਤੁਸੀਂ ਲਈ ਫਿਰਦੇ ਹੋ, ਕਦੀ ਉੱਧਰ ਚਲੇ ਗਏ। ਤੇ ਖੈਰ ਗੱਡੇ ਨੂੰ ਚਲਾਉਣ ਹੱਕਣ ਲਈ ਵੀ ਜਿਹੜਾ ਅੱਗੇ ਬਲਦ ਬੰਨਿਆ ਹੁੰਦਾ ਉਹਨੂੰ ਬੱਠੇ ਚਾਹੀਦੇ ਹੁੰਦੇ ਨੇ, ਤਾਂ ਇਹਦੇ 'ਚ ਤਾਂ ਫਿਰ ਪੈਟਰੋਲ ਪੈਣਾ।
ਤੇ ਪੈਟਰੋਲ ਹੈ ਜਿਹੜਾ ਉਹ 110 ਦੇ ਨੇੜੇ ਲੱਗਿਆ ਪਿਆ, ਤੇ ਤੁਸੀਂ ਭਲੇ ਮਾਨਸੋ ਥੋੜੀ ਜਿਹੀ ਸ਼ਰਮ ਕਰੋ। ਤੇ ਇਹ ਗੱਲ ਵਾਜਬ ਵੀ ਹੈ, ਕਿਉਂਕਿ ਭਗਵੰਤ ਮਾਨ ਹੋਣੀ ਉਹ ਬੰਦੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਬੱਸਾਂ ਦੇ ਵਿੱਚ ਜਾਵਾਂਗੇ। ਇਹ ਤੋਂ ਪਹਿਲਾਂ ਕੇਜਰੀਵਾਲ ਹੋਣੀ ਜਦੋਂ ਪੰਜਾਬ ਆਉਂਦੇ ਹੁੰਦੇ ਸੀ ਉਹ ਟ੍ਰੇਨ ਦੇ ਵਿੱਚ ਆਉਂਦੇ ਹੁੰਦੇ ਸੀਗੇ, ਤੇ ਇਹ ਫਿਰ ਹੈਲੀਕਾਪਟਰ ਵਾਲਾ ਭੁੱਸ ਕਿੱਥੋਂ ਪੈ ਗਿਆ ਇਹਨਾਂ ਨੂੰ? ਦੇਖੋ, ਮੁੱਖ ਮੰਤਰੀ ਹੁਣ ਤੱਕ ਜਿੰਨੇ ਵੀ ਆਏ ਨੇ ਉਹ ਹੈਲੀਕਾਪਟਰ ਦੇ ਉੱਤੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੀਆਂ ਯਾਤਰਾਵਾਂ ਹੋਈਆਂ ਨੇ। ਜੇ ਆਪਾਂ ਕਾਂਗਰਸ ਦੇ ਲੰਘੇ ਮੁੱਖ ਮੰਤਰੀ ਦੀ ਗੱਲ ਕਰੀਏ, ਚਰਨਜੀਤ ਚੰਨੀ ਦੀ, ਮੇਰੇ ਕੋਲ ਕੁਛ ਆંકੜੇ ਨੇ, 111 ਦਿਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਨੇ ਕਿ ਉਹਨੇ 72 ਦਿਨਾਂ ਵਿੱਚ 201 ਵਾਰ ਹੈਲੀਕਾਪਟਰ ਦੇ ਉੱਤੇ ਸਫ਼ਰ ਕੀਤਾ ਸੀ। ਜ਼ਿਆਦਾਤਰ ਉਡਾਣਾਂ ਜਿਹੜੀਆਂ ਸੀਗੀਆਂ ਉਹ 10 ਤੋਂ 15 ਮਿੰਟ ਦੇ ਵਿੱਚ ਦੀਆਂ ਸੀਗੀਆਂ, ਤੇ ਲੁਧਿਆਣੇ ਦੇ ਅੰਦਰ ਜਿਹੜੀ ਸੀਗੀ ਉਹ ਲੁਧਿਆਣੇ ਦੇ ਅੰਦਰ ਵੀ 2 ਵਾਰ ਉਡਾਣ ਭਰੇਗੀ, ਯਾਨੀ ਲੁਧਿਆਣੇ ਦੇ ਅੰਦਰ ਹੀ। ਤੇ ਇਸੇ ਤਰ੍ਹਾਂ ਭਗਵੰਤ ਮਾਨ ਦੇ ਉੱਤੇ ਵੀ ਇਹ ਉਸ ਟਾਈਮ ਇਹੀ ਭਗਵੰਤ ਮਾਨ ਹੋਣੀ ਜਿਹੜੇ ਸੀ ਉਹ ਇਹ ਗੱਲਾਂ ਕਹਿੰਦੇ ਹੁੰਦੇ ਸੀ ਵੀ ਚੰਨੀ ਜਿਹੜਾ ਜੀ ਉਹ ਹੈਲੀਕਾਪਟਰ ਤੋਂ ਥੱਲੇ ਹੀ ਨਹੀਂ ਉਤਰਦਾ। ਤੇ ਉਹਨਾਂ ਨੇ ਪ੍ਰਿਆ ਸਕੂਟਰ ਵਾਲਾ ਜਿਹੜਾ ਪੱਟ ਕੇ ਵਿੱਚ ਸਟicker ਜਿਹਾ ਇੱਕ ਲਵਾ ਵੀ ਲਿਆ ਹੋਵੇ ਵੀ ਚੱਲ ਫੀਲਿੰਗ ਜੀ ਤਾਂ ਆਉਂਦੀ ਰਹੇ। ਸੋ ਹੁਣ ਜਿਹੜਾ ਭਗਵੰਤ ਮਾਨ ਹੋਣੀ ਇਹ ਕਿਉਂਕਿ ਹੁਣ ਇਸ ਵੇਲੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਪ੍ਰਚਾਰ ਲਈ ਜਾਣਾ ਸੀਗਾ ਤੇ ਉਹਨਾਂ ਨੂੰ ਹੈਲੀਕਾਪਟਰ ਦੀ ਵੀ ਲੋੜ ਸੀਗੀ, ਤਾਂ ਹੈਲੀਕਾਪਟਰ ਜਿਹੜਾ ਹੁਣ ਜਦੋਂ ਆਇਆ ਹੈਗਾ ਦੇ ਵਿੱਚ ਉਹਨਾਂ ਦੀ ਇੱਕ ਤਸਵੀਰ ਜਿਹੜੀ ਆ ਉਹ ਵਾਇਰਲ ਹੋਈ ਜਿੱਥੋਂ ਰੌਲਾ ਪਿਆ। ਉਹ ਜਿਹੜੀ ਤਸਵੀਰ ਆ ਉਹਦੇ ਵਿੱਚ ਉਹਨਾਂ ਨੇ ਹੈਲੀਕਾਪਟਰ ਦੇ ਵਿੱਚ ਮਤਲਬ ਪਿੱਛੇ ਹੈਲੀਕਾਪਟਰ ਨਜ਼ਰ ਆ ਰਿਹਾ, ਭਗਵੰਤ ਮਾਨ ਜਿਹੜੇ ਨੇ ਉਹਦੇ ਤੋਂ ਤੁਰੇ ਆ ਰਹੇ ਨੇ, ਤੇ ਉਹਨਾਂ ਦੀ ਸਿਕਿਉਰਿਟੀ ਦਾ ਕੁਛ ਅਮਲਾ ਆਲੇ ਦੁਆਲੇ ਲੱਗਾ ਹੋਇਆ, ਪੀਲੇ ਰੰਗ ਦਾ ਹੈਲੀਕਾਪਟਰ ਹੈਗਾ। ਤੇ ਉਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਰੌਲਾ ਪਾਉਣਾ ਸ਼ੁਰੂ ਕੀਤਾ। ਮਨਜਿੰਦਰ ਸਿੰਘ ਸਿਰਸਾ ਨੇ ਤਾਂ ਟਵੀਟ ਹੀ ਕਰ ਦਿੱਤਾ ਹੈਗਾ ਕਿ ਤੁਸੀਂ ਪਹਿਲਾਂ ਜਿਹੜਾ ਸੀਗਾ ਜੀ, ਕੱਲ ਤੱਕ ਤਾਂ ਤੁਸੀਂ ਭਗਵੰਤ ਮਾਨ ਜੀ ਕਹਿੰਦੇ ਸੀਗੇ ਕਿ ਸੀਐਮ ਚੰਡੀਗੜ੍ਹ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦਾ, ਹਰ ਜਗ੍ਹਾ ਸਰਕਾਰ ਦੇ ਪੈਸੇ ਨਾਲ ਘੁੰਮ ਰਿਹਾ। ਅੱਜ ਉਹੀ ਭਗਵੰਤ ਮਾਨ ਕਰਜ਼ੇ 'ਚ ਡੁੱਬੇ ਪੰਜਾਬ ਦੇ ਹੈਲੀਕਾਪਟਰ ਤੇ ਅਰਵਿੰਦ ਕੇਜਰੀਵਾਲ ਨੇ ਹਿਮਾਚਲ 'ਚ ਪਾਰਟੀ ਦਾ ਪ੍ਰਚਾਰ ਕਰਨ ਲਈ ਪੰਜਾਬ ਦੇ ਪੈਸੇ ਦਾ ਦੁਰਉਪਯੋਗ ਕਰ ਰਹੇ ਨੇ। ਸੋ ਕੇਜਰੀਵਾਲ ਇੱਕ ਪਾਸੇ ਤਾਂ ਜਿਹੜਾ ਕਿ ਟੀਵੀ ਚੈਨਲਾਂ ਦੇ ਉੱਤੇ ਕਹਿੰਦੇ ਨੇ ਕਿ ਪੰਜਾਬ ਦੇ ਸਿਰ 3 ਲੱਖ ਨਹੀਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਹਦਾ ਵਾਈਟ ਪੇਪਰ ਲੈ ਕੇ ਆਉਣ ਵਾਲੇ ਹਾਂ। ਪਰ ਹੁਣ ਦੂਜੇ ਪਾਸੇ ਉਸੇ ਪੰਜਾਬ ਦੇ ਜਦੋਂ ਕਰਜ਼ਾ ਚੜਿਆ ਹੋਇਆ ਹੋਵੇ ਤਾਂ ਉਸੇ ਪੰਜਾਬ ਦੇ ਉੱਤੇ ਜਦੋਂ ਇਹ ਗੱਲਾਂ ਹੈਲੀਕਾਪਟਰ ਦੇ ਵਿੱਚ ਲਗਾਤਾਰ ਯਾਤਰਾਵਾਂ ਦੀ ਗੱਲ ਹੁੰਦੀ ਹੋਵੇ ਤਾਂ ਫਿਰ ਕਿਤੇ ਨਾ ਕਿਤੇ ਜਿਹੜੇ ਵਿਰੋਧੀਆਂ ਦੇ ਨਿਸ਼ਾਨੇ ਤੇ ਆਉਣੇ ਜੇ ਬਣਦੇ ਸੀਗੇ। ਪਰ ਸ਼ੁਰੂਆਤ ਹੈਗੀ ਆ, ਮੈਂ ਫਿਰ ਕਹਾਂਗਾ ਸ਼ੁਰੂਆਤ ਹੈਗੀ ਆ, ਬਹੁਤ ਸਾਰੀਆਂ ਚੀਜ਼ਾਂ ਹਾਲੇ ਕਲੀਅਰ ਵੀ ਕਰਨੀਆਂ ਪੈਣਗੀਆਂ। ਹੁਣੇ ਹਾਲੇ 20-22 ਦਿਨ 25 ਦਿਨ ਦੀ ਸਰਕਾਰ ਦੇ ਉੱਤੇ ਆਪਾਂ ਇੰਨਾ ਕੁਝ ਰੌਲਾ ਪਾ ਕੇ ਉਹਨਾਂ ਦੇ ਖਿਲਾਫ ਇਲਜ਼ਾਮ ਲਾਉਣੇ ਸ਼ੁਰੂ ਕਰ ਦਈਏ, ਇਹ ਵੀ ਠੀਕ ਨਹੀਂ ਹੋਏਗਾ। ਚੱਲਣ ਦਿਓ, ਥੋੜ੍ਹਾ ਜਿਹਾ ਚੱਲਣ ਦਿਓ, ਦੇਖਦੇ ਹਾਂ ਅੱਗੇ ਕਿੱਦਾਂ ਕੀ ਹੋ ਰਿਹਾ ਹੈਗਾ। ਸਟਾਰਟ ਦੇ ਵਿੱਚ ਤਾਂ ਰੌਲਾ ਪਾਉਣਾ ਜਿਹੜਾ ਉਹ ਮੇਰੇ ਹਿਸਾਬ ਨਾਲ ਕਿਸੇ ਵੀ ਹੱਦ ਤੱਕ ਜਨਤਾ ਵੱਲੋਂ ਜਤਾਏ ਗਏ ਭਰੋਸੇ, ਯਾਨੀ 92 ਸੀਟਾਂ ਦਾ ਜਿਹੜਾ ਮੈਂਡੇਟ ਦਿੱਤਾ ਗਿਆ ਹੈਗਾ, ਉਹਦਾ ਜਿਹੜਾ ਭਰੋਸਾ ਜਿਹੜਾ ਆਪਾਂ ਉਹਦੇ 'ਤੇ ਸ਼ੱਕ ਕਰਨਾ ਜਿਹੜਾ ਉਹ ਠੀਕ ਨਹੀਂ ਹੋਏਗਾ, ਕਿਉਂਕਿ ਜਨਤਾ ਨੇ ਬਹੁਤ ਵੱਡਾ ਬਹੁਮਤ ਦਿੱਤਾ ਉਹਨਾਂ ਨੂੰ ਤੇ ਫਤਵਾ ਦਿੱਤਾ, ਤੇ ਉਸ ਫਤਵੇ ਦਾ ਸਾਨੂੰ ਸਤਿਕਾਰ ਕਰਨਾ ਹੋਵੇਗਾ। ਜਿਹੜਾ ਭਰੋਸਾ ਜਨਤਾ ਨੇ ਉਹਦੇ 'ਤੇ ਜਤਾਇਆ, ਸਾਨੂੰ ਵੀ ਉਸੇ ਭਰੋਸੇ ਨਾਲ ਕੁਝ ਦਿਨ ਉਹਨਾਂ ਨੂੰ ਦੇਣੇ ਪੈਣਗੇ ਜਿਹਦੇ ਨਾਲ ਉਹ ਕੰਮ ਕਰਕੇ ਵਿਖਾਉਣ, ਤਾਂ ਕਿ ਉਹ ਕੰਮ ਕਰਦੇ ਜਦੋਂ ਵਿਖਾਉਣਗੇ ਉਹਦੇ ਵਿੱਚ ਢੁੱਚਣਾ ਆਪਾਂ ਤਾਂ ਅੜਾ ਸਕਦੇ ਹਾਂ ਜੇ ਉਹਨਾਂ ਨੇ ਉਹਦੇ 'ਚ ਖਰਾਬੀਆਂ ਕੀਤੀਆਂ। ਜੇ ਉਹਦੇ 'ਚ ਉਹ ਕੰਮ ਸਹੀ ਕਰਨਗੇ ਤਾਂ ਫਿਰ ਉਹਦੇ ਲਈ ਆਪਾਂ ਨੂੰ ਉਹਦੇ ਥੋੜ੍ਹਾ ਜਿਹਾ ਵੇਟ ਕਰਨਾ ਪਏਗਾ ਵੀ ਉਹ ਹਾਲੇ ਕੀ ਕਰ ਰਹੇ ਨੇ। ਪਹਿਲਾਂ ਬੋਲਣਾ ਜਿਹੜਾ ਉਹ ਮੈਨੂੰ ਲੱਗਦਾ ਮੁਨਾਸਿਬ ਨਹੀਂ ਹੋਏਗਾ। ਭਗਵੰਤ ਮਾਨ ਉਹਨਾਂ ਨਾਲ ਇੱਕ ਛੋਟੀ ਜਿਹੀ ਸ਼ਿਕਾਇਤ ਹੈ ਕਿ ਤੁਸੀਂ ਕੁਝ ਪੰਜਾਬ ਦੇ ਰਿਲੇਟਡ ਕੰਮ ਕਰਦੇ ਹੋ, ਤੁਸੀਂ ਕਿਤੇ ਇਨੋਗ੍ਰੇਸ਼ਨ ਲਈ ਜਾਣਾ ਹੈ, ਕਿਤੇ ਹੋਰ ਤੁਸੀਂ ਉੱਥੇ ਜਾ ਕੇ ਕੋਈ ਬੰਦਾ ਫੜਨਾ, ਕੋਈ ਕਿਸੇ ਮੀਟਿੰਗ ਦੇ ਵਿੱਚ ਜਾਣਾ, ਤੁਸੀਂ ਜੀ ਸੱਦ ਕੇ ਲਿਜਾਓ, ਪਹਿਲਾਂ ਵਾਲੇ ਵੀ ਵਰਤਦੇ ਰਹੇ ਨੇ। ਪਰ ਜੇ ਤੁਸੀਂ ਆਪਣੀ ਪਾਰਟੀ ਦੀ ਨਿੱਜੀ ਮੀਟਿੰਗ ਦੇ ਲਈ ਜਾਣਾ ਹੈ, ਪ੍ਰਚਾਰ ਕਰਨ ਲਈ ਜਾਣਾ ਹੈ, ਫਿਰ ਆਪ ਵਾਲਾ ਝੰਡਾ ਛੋਟਾ ਜਿਹਾ ਲਵਾਈ ਦਿਓ ਉਹਦੇ ਪਿੱਛੇ, ਫਿਰ ਸਰਕਾਰੀ ਚੀਜ਼ਾਂ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਵੀ ਹੋਈਆਂ ਸੀ, 1-2 ਮੁੱਖ ਮੰਤਰੀਆਂ ਨਾਲ ਹੋਰ ਵੀ ਹੋਈਆਂ ਨੇ ਬੁੰਨੀ, ਜਦੋਂ ਇਹ ਰੌਲਾ ਪਿਆ ਸੀਗਾ ਕਿ ਇਹਨਾਂ ਨੇ ਪਾਰਟੀ ਦੇ ਪ੍ਰਚਾਰ ਵਾਸਤੇ ਜਿਹੜੀ ਸਰਕਾਰੀ ਹੈਲੀਕਾਪਟਰ ਦਾ ਜਿਹੜਾ ਪ੍ਰਯੋਗ ਕੀਤਾ ਹੈਗਾ, 60,000 ਰੁਪਏ 70,000 ਰੁਪਏ ਮੈਨੂੰ ਲੱਗਦਾ ਇੱਕ ਬਣਾਉਣ ਦਾ ਉਹਨਾਂ ਦਾ ਬਣਦਾ ਸੀਗਾ, ਮੈਨੂੰ ਜਿੱਥੇ ਤੱਕ ਮੈਨੂੰ ਯਾਦ ਹੈ। ਤੇ ਉਹ ਉਹਨਾਂ ਨੇ ਆਪਣੇ ਪਾਰਟੀ ਦੇ ਫੰਡ ਦੇ ਵਿੱਚੋਂ ਪੱਲਿਓਂ ਭਰੇ ਸੀ ਵੀ ਇਹ, ਕਿਉਂਕਿ ਉਹ ਐਡੇ ਵੱਡੇ ਲੈਵਲ ਦੇ ਉੱਤੇ ਰੌਲਾ ਪੈ ਗਿਆ ਸੀਗਾ। ਸੋ ਹੁਣ ਵੇਖਣਾ ਹੋਵੇਗਾ ਕਿ ਇਹ ਜਿਹੜਾ ਪ੍ਰਚਾਰ ਹੈ ਭਗਵੰਤ ਮਾਨ ਹੋਣੀ ਜਿਹੜੇ ਆ ਸਰਕਾਰੀ ਹੈਲੀਕਾਪਟਰ ਦੇ ਉੱਤੇ ਕਰ ਰਹੇ ਨੇ ਜਾਂ ਪੱਲਿਓਂ ਪੈਸੇ ਭਰ ਕੇ ਕਰ ਰਹੇ ਨੇ, ਪਾਰਟੀ ਦੇ ਵਿੱਚੋਂ ਕਰ ਰਹੇ ਨੇ, ਇਹ ਹਾਲੇ ਵੇਖਣਾ ਹੋਵੇਗਾ। ਕਿਉਂਕਿ ਜੇਕਰ ਆਪਾਂ ਵੇਖੀਏ ਕਿ ਜਿੱਦਾਂ
ਜਿਹੜੇ ਸੀਗੇ ਮਨਪ੍ਰੀਤ ਬਾਦਲ ਦੇ ਉੱਤੇ ਇਹਨਾਂ ਦਾ ਦੋਸ਼ ਲਾਤਾ ਸੀ ਕਿ ਵੀ ਉਹਨਾਂ ਨੇ 42 ਨੰਬਰ ਕੋਠੀ ਦੇ ਵਿੱਚੋਂ ਸਮਾਨ ਚੁੱਕ ਕੇ ਲੈ ਗਏ ਤੇ ਬਾਅਦ ਚ ਪਤਾ ਲੱਗਾ ਵੀ ਤਾਂ ਪੈਸੇ ਦੇਈ ਬੈਠੇ ਨੇ। ਤੇ ਆਪਾਂ ਨੂੰ ਵੀ ਹਲੇ ਥੋੜਾ ਵੇਟ ਕਰਨਾ ਪਏਗਾ ਵੀ ਭਗਵੰਤ ਮਾਨ ਨੂੰ ਨਹੀਂ ਕੀ ਪਤਾ ਪੈਸੇ ਪੱਲੋਂ ਦੇ ਕੇ ਗਏ ਹੁਣ ਤੇ ਆਪਾਂ ਰੌਲਾ ਪਾਈਏ ਵੀ ਹੈਲੀਕਾਪਟਰ ਤੇ ਜਾਣਾ ਤਾਂ ਕੋਈ ਜੁਰਮ ਨਹੀਂ ਹੈਗਾ ਜੇ ਪੱਲੋਂ ਪੈਸੇ ਦੇ ਕੇ ਜਾ ਰਹੇ ਨੇ। ਸਰਕਾਰੀ ਪੈਸੇ ਦੀ ਦੁਰਵਰਤੋਂ ਕਰਕੇ ਜਿਹੜਾ ਉਹ ਜਾਣਾ ਉਹ ਜੁਰਮ ਹੈ ਤੇ ਉਹ ਵੇਖਣਾ ਹੋਏਗਾ ਕਿ ਤੇ ਪੱਲੋਂ ਤਾਂ ਨਹੀਂ ਭਰ ਕੇ ਗਏ ਹੋਏ। ਇਹ ਹਲੇ ਵੇਟ ਐਂਡ ਵਾਚ ਦੇ ਵਿੱਚ ਅੱਗੇ। ਪਰ ਇੱਕ ਪੰਗਾ ਇੱਕ ਹੋਰ ਵੀ ਹੋਇਆ ਪਿਆ ਕਿ ਭਗਵੰਤ ਮਾਨ ਹੁਣਾਂ ਨੇ ਮੀਡੀਆ ਦਾ ਸਾਹਮਣਾ ਕਰਨਾ ਹੀ ਬੰਦ ਕਰਤਾ। ਇਹ ਸਭ ਤੋਂ ਵੱਡੀ ਨਿੰਦਾਯੋਗ ਗੱਲ ਹੈ ਜਿਹਦੀ ਨਿੰਦਾ ਕਰਨੀ ਬਣਦੀ ਵੀ ਹੈ ਕਿਉਂਕਿ ਉਹਨਾਂ ਨੇ ਆਪਣੀ ਵੀਡੀਓ ਜਾਰੀ ਕਰ ਦਿੰਦੇ ਨੇ ਤੇ ਚੁੱਪ ਕਰਕੇ ਜਿਹੜੇ ਉਹ ਤੁਰਦੇ ਬਣਦੇ ਨੇ, ਸਵਾਲਾਂ ਤੋਂ ਭੱਜ ਰਹੇ ਨੇ। ਮੋਦੀ ਵਾਲਾ ਕੰਮ ਫੜ ਲਿਆ ਉਹਨਾਂ ਨੇ ਕਿ ਮਨ ਕੀ ਬਾਤ ਕਰਨੀ ਹੈ, ਆਪਣੇ ਮਨ ਦੀ ਸੁਣਾ ਦਿਓ, ਦੂਜਾ ਬੰਦਾ ਭਾਵੇਂ ਪਿੱਟਦਾ ਹੀ ਰਹਿ ਜੇ ਵੀ ਸਾਡੀ ਵੀ ਤਾਂ ਸੁਣੋ। ਹਾਲੇ ਉਹ ਇਹ ਚੀਜ਼ ਦੀ ਜਿਹੜੀ ਨਿੰਦਾ ਕਰਨੀ ਬਣਦੀ ਹੈ ਕਿਉਂਕਿ ਮੀਡੀਆ ਦੇ ਵਿੱਚ ਮੀਡੀਆ ਦੇ ਸਵਾਲਾਂ ਤੋਂ ਜੇਕਰ ਭੱਜਣਗੇ ਤੇ ਫਿਰ ਲੋਕ ਉਹਨਾਂ ਨੂੰ ਜਿਹੜੇ ਨਾ ਮੀਡੀਆ ਉਹਨਾਂ ਨੂੰ ਬਖਸ਼ਣ ਵਾਲਾ ਤੇ ਨਾ ਹੀ ਉਹਨਾਂ ਨੂੰ ਲੋਕ ਬਖਸ਼ਣ ਵਾਲੇ ਨੇ ਕਿਉਂਕਿ ਲੋਕ ਮੀਡੀਆ ਰਾਹੀਂ ਹੀ ਜਾਣਦੇ ਨੇ ਕਿ ਸਰਕਾਰ ਕੀ ਕਰ ਰਹੀ ਹੈ, ਕਿੱਥੇ ਕਰ ਰਹੀ ਹੈ, ਕਿਵੇਂ ਕਰ ਰਹੀ ਹੈ ਤੇ ਕਿੱਦਾਂ ਗਲਤੀਆਂ ਹੋ ਰਹੀਆਂ ਨੇ, ਕਿੱਦਾਂ ਉਹ ਉੱਥੇ ਵਿੱਚ ਜਿਹੜੇ ਉਹ ਘਪਲੇ ਹੋ ਰਹੇ ਨੇ। ਸਾਰਾ ਮੀਡੀਆ ਦੇ ਰਸਤੇ ਹੀ ਜਾਣਾ ਹੈਗਾ। ਜੇ ਮੀਡੀਆ ਦੇ ਸਵਾਲਾਂ ਤੋਂ ਹੀ ਬਚਣਗੇ ਤਾਂ ਫਿਰ ਉਹ ਆਪਣਾ ਨੁਕਸਾਨ ਜਿਹੜਾ ਉਹ ਆਪ ਕਰਨਗੇ। ਥੋੜਾ ਤਾਂ ਅਸੀਂ ਵੀ ਤਾਂ ਹੀ ਝਾੜ ਦਿੰਦੇ ਨਾ ਭਗਵੰਤ ਮਾਨ ਹੋਣਾ ਤੇ ਵੀ ਤੁਸੀਂ ਜੇ ਕੋਈ ਗਲਤੀ ਕਰਦੇ ਫਿਰ ਅਸੀਂ ਵੀ ਫੜ ਲੈਨੇ ਭਾਈ ਤੁਸੀਂ ਸਾਡੇ ਜਵਾਬ ਨਹੀਂ ਦਿੰਦੇ ਫਿਰ ਅਸੀਂ ਆਪਣਾ ਪਰਸਪੈਕਟਿਵ ਤਾਂ ਬਣਾਉਣਾ ਹੀ ਹੈ। ਅੱਛਾ ਮੈਂ ਕਹਿੰਦਾ ਸੀ 2 ਐਫਡੀਆਂ ਤੋੜ ਕੇ ਤੇ ਆਪਾਂ ਵੀ ਕਿਤੇ 5-6 ਲੱਖ ਰੁਪਇਆ ਜਿਹੜਾ ਇਕੱਠਾ ਕਰਕੇ ਤੇ ਆਪਾਂ ਵੀ ਫਿਰ ਕਹਿ ਹੀ ਜਾਈਏ ਭਗਵੰਤ ਮਾਨ ਉਹਨਾਂ ਨੂੰ ਵੀ ਦਿਓ ਮਾੜਾ ਜਿਹਾ ਹੈਲੀਕਾਪਟਰ ਤੇ ਅਸੀਂ ਵੀ ਗੇੜਾ ਲਾ ਕੇ ਆਉਣਾ ਜਲੰਧਰ ਤੱਕ ਜਾ ਆਈਏ ਕਿਧਰੇ। ਤੇ ਚਲੋ ਹੋਰ ਜਿਹੜੇ ਚਰਨਜੀਤ ਸਿੰਘ ਚੰਨੀ ਹੋਣੀ ਨੇ ਉਹਨਾਂ ਨੂੰ ਵੀ ਕਹਿੰਦੇ ਸੀ ਜਵਾਕਾਂ ਨੂੰ ਗੇੜਾ ਦਵਾ ਦਿਓ ਕੀ ਹੁੰਦਾ ਤੇ ਉਹ ਆਪਾਂ ਵੀ ਗੱਲ ਪੱਤਰਕਾਰ ਭਾਈਚਾਰੇ ਵੱਲੋਂ ਕਰ ਲਾਂਗੇ ਉਹਨਾਂ ਨਾਲ। ਤੇ ਟਾਈਮ ਵਾਹਵਾ ਹੋ ਗਿਆ ਜੀ, ਆਪਾਂ ਚੱਲੀਏ ਫਿਰ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਜੀ ਅੱਜ ਦਾ ਸ਼ੋਅ। ਆਸ ਕਰਦੇ ਹਾਂ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਵਡਮੁੱਲੀ ਮਿਲੀ ਹੋਣੀ ਹੈ ਤੇ ਕੱਲ੍ਹ ਦੇ ਵਾਂਗੂ ਇਸ ਵਾਰੀ ਵੀ ਅਸੀਂ ਤੁਹਾਨੂੰ ਅਪੀਲ ਕਰਾਂਗੇ ਜੀ ਕਿ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਲਾਈਟ ਟੋਨ ਦੇ ਵਿੱਚ ਅਸੀਂ ਗੱਲ ਇਹ ਸਾਰੇ ਇੰਨੇ ਸੀਰੀਅਸ ਮੁੱਦਿਆਂ ਦੀ ਕਰ ਸਕੀਏ ਉਨਾ ਜ਼ਿਆਦਾ ਵਧੀਆ ਕਿਉਂਕਿ ਇੰਟਰਨੈਸ਼ਨਲ ਮੀਡੀਆ ਤਾਂ ਤੇ ਨੈਸ਼ਨਲ ਮੀਡੀਆ ਤੁਹਾਨੂੰ ਆਲਰੇਡੀ ਤੁਸੀਂ ਚੀਕਾਂ ਤੇ ਗਾਲਾਂ ਉੱਤੋਂ ਸੁਣ ਹੀ ਰਹੇ ਹੋ। ਉਹਦੇ ਤੋਂ ਆਪਾਂ ਹਟ ਕੇ ਥੋੜ੍ਹਾ ਬੜੇ ਆਰਾਮ ਨਾਲ ਪਿਆਰ ਨਾਲ ਗੱਲਬਾਤ ਕਰਦੇ ਹਾਂ ਤੇ ਜਿਹੜੇ ਸੀਰੀਅਸ ਮਸਲੇ ਨੇ ਪੰਜਾਬ ਦੇ ਉਹ ਤੁਹਾਨੂੰ ਜਿਹੜੇ ਅਸੀਂ ਸ਼ਾਮ ਨੂੰ ਆ ਕੇ ਤੇ ਸੁਣਾ ਦੇਈਦੇ ਨੇ। ਤੇ ਸਾਨੂੰ ਦਿਓ ਜੀ ਇਜਾਜ਼ਤ। ਤੁਸੀਂ ਦੇਖ ਰਹੇ ਸੀ ਆਵਾਜ਼-ਏ-ਪੰਜਾਬ। ਮੈਂ ਜੀ ਬੋਨੀ ਬਿੰਦਰਾ, ਬਹੁਤ ਧੰਨਵਾਦ।